ਉਸ ਕੁੱਲ ਮਾਲਕ ਪਰਮਾਤਮਾ ਸਾਵਣ ਕਿਰਪਾਲ ਦੇ ਚਰਨਾਂ ਦੇ ਵਿੱਚ ਨਮਸਕਾਰ ਹੈ, ਜਿਨ੍ਹਾਂ ਨੇ ਸਾਡੀਆਂ ਆਤਮਾ ਤੇ ਬੜੀ ਦਇਆ ਕੀਤੀ ਹੈ, ਮਿਹਰ ਕੀਤੀ, ਆਪਦੇ ਘਰ ਦਾ ਰਸਤਾ ਦੱਸਿਆ ਹੈ। ਸੰਤ ਮਹਾਤਮਾ ਮਾਲਕ ਦੇ ਪਿਆਰੇ ਸੰਸਾਰ ਦੇ ਅੰਦਰ ਕੋਈ ਮਿਸ਼ਨ ਬਣਾਉਣ ਵਾਸਤੇ ਨਹੀਂ ਆਉਂਦੇ ਗੇ, ਨਾ ਕੋਈ ਚਲਾਉਣ ਵਾਸਤੇ ਆਉਂਦੇ ਹੈ। ਪਹਿਲਾਂ ਬਣਿਆ ਕਿਸੇ ਦਾ ਸਮਾਜ ਤੋੜਦੇ ਨਹੀਂ, ਸਿਰਫ ਉਹ ਭੁੱਲੀਆਂ ਭਟਕੀਆਂ ਆਤਮਾ ਨੂੰ, ਜਿਨ੍ਹਾਂ ਨੂੰ ਕਿ ਪਰਮਾਤਮਾ ਵੱਲੋਂ ਹੀ ਹੁਕਮ ਹੁੰਦਾ ਹੈ, ਆ ਕੇ ਸ਼ਬਦ ਦੇ ਨਾਲ, ਨਾਮ ਦੇ ਨਾਲ ਜੋੜਦੇ ਹੈ। ਉਹਨਾਂ ਨੂੰ ਉਸ ਘਰ ਜਿੱਥੋਂ ਦੀਆਂ ਉਹ ਰਹਿਣ ਵਾਲੀਆਂ ਹੁੰਦੀਆਂ ਉੱਥੇ ਪਹੁੰਚਾਉਂਦੇ ਹੈ। ਹਰ ਯੁੱਗ ਵਿੱਚ, ਹਰ ਵਕਤ ਦੇ ਵਿੱਚ ਸੰਤ ਮਹਾਤਮਾ ਆਏ। ਤੁਹਾਡੇ ਅੱਗੇ ਪਲਟੂ ਸਾਹਿਬ ਦਾ ਛੋਟੇ ਜਿਹੇ ਸ਼ਬਦ ਰੱਖਿਆ ਜਾਂਦਾ ਹੈ, ਗੌਰ ਨਾਲ ਸੁਣਨ ਵਾਲਾ ਹੈ। ਪਲਟੂ ਸਾਹਿਬ ਅਯੁੱਧਿਆ ਦੇ ਅੰਦਰ ਪੈਦਾ ਹੋਏ, ਕਿਉਂਕਿ ਆਮ ਖਿਆਲ ਕੀਤਾ ਜਾਂਦਾ ਹੈ ਕਿ ਅਯੁੱਧਿਆ ਸ੍ਰੀ ਰਾਮਚੰਦਰ ਜੀ ਮਹਾਰਾਜ ਦੀ ਨਗਰੀ ਹੈ, ਜਿੱਥੇ ਕੋਈ ਸੰਤ ਮਹਾਤਮਾ ਮਾਲਕ ਦਾ ਪਿਆਰਾ ਕੁਛ ਦਿਨ ਸਤਸੰਗ ਕਰ ਜਾਂਦਾ ਹੈ, ਸ਼ਬਦ ਨਾਮ ਦਾ ਭੇਦ ਦੇ ਜਾਂਦਾ ਹੈ। ਜਿਹੜੇ ਲੋਕ ਪੰਡਤ, ਪ੍ਰੋਤ, ਮੌਲਵੀ ਉਹਨਾਂ ਦੀ ਵਿਰੋਧਤਾ ਕਰਦੇ ਹੁੰਦੇ ਹੈ, ਉਹੀ ਲੋਕ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੀ ਤਾਲੀਮ ਨੂੰ ਕਰਮਕਾਂਡ ਦੀ ਸ਼ਕਲ ਦੇ ਦਿੰਦੇ ਹੈ। ਲੋਕ ਸੰਤਾਂ ਦੀ ਵਿਰੋਧਤਾ ਇਸ ਤਰ੍ਹਾਂ ਨਹੀਂ ਕਰਦੇ ਕਿ ਉਹਨਾਂ ਦਾ ਰਸਤਾ ਗਲਤ ਹੁੰਦਾ ਹੈ, ਲੇਕਿਨ ਉਹ ਇਸ ਵਾਸਤੇ ਕਰਦੇ ਹੈ ਜਦੋਂ ਆਤਮਾ ਬਾਹਰੋਂ ਪਲਟ ਕੇ ਅੰਦਰ ਸ਼ਬਦ ਦੀ ਤਰਫ ਲੱਗਦੀਆਂ ਹਨ ਤਾਂ ਉਹਨਾਂ ਦੀ ਦੁਕਾਨਦਾਰੀ ਦੇ ਅੰਦਰ ਫਰਕ ਪੈ ਜਾਂਦਾ ਹੈ। ਇਸ ਵਾਸਤੇ ਉਹ ਸੰਤਾਂ ਦੀ ਵਿਰੋਧਤਾ ਕਰਦੇ ਹੈ। ਬੇਸ਼ੱਕ ਉਹਨਾਂ ਦੀ ਆਪਸਰੀ ਮੇਂ ਨਾ ਬਣਦੀ ਹੋਵੇ, ਸਾਨੂੰ ਪਤਾ ਹੀ ਹੈ ਕਿ ਇੱਕ ਸਮਾਜ ਦੀ ਦੂਸਰੇ ਨਾਲ ਨਹੀਂ ਬਣਦੀ, ਨੁਕਤਾਚੀਨੀ ਕਰਦੇ ਹੈ, ਲੇਕਿਨ ਸੰਤਾਂ ਦੀ ਨਿੰਦਿਆ ਕਰਨ ਵਾਸਤੇ ਜਾਂ ਸੰਤਾਂ ਨੂੰ ਕਸ਼ਟ ਦੇਣ ਵਾਸਤੇ ਉਹ ਲੋਕ ਇੱਕ ਹੋ ਜਾਂਦੇ ਹੈ। ਕਿਉਂ ਹੋ ਜਾਂਦੇ ਹੈ? ਆਪਣੇ ਪੇਟ ਦੀ ਖਾਤਰ। ਸਵਾਮੀ ਜੀ ਨੇ ਕਿਹਾ ਕਿ ਪੰਡਤ ਭੇਖ ਪੇਟ ਕੇ ਮਾਰੇ, ਦੇ ਸੰਤਨ ਪਰ ਕਰਦੇ ਤਾਨ, ਹਿਤ ਕਰ ਸੰਤ ਉਨੇ ਸਮਝਾਉਂਦੇ, ਬੇਮਾਨੀ ਨਹੀਂ ਮਾਨੇ ਆਨ, उनके चा मान और धन की परमार्थ से खाली जान। इतिहास किसी जगह सानू ये नहीं दसदा कि किसी मालक दे प्यारे नू कष्ट पहुंचाया गया होवे, उसने किसी नू कदे कोई बददुआ दिती होवे। गुरु नानक, कबीर साहब, सुकरात, हजरत ईसा, मुहम्मद साहब, बहुत सारे महात्मा संसार विच आए हैं। उस वक्त ਦੇ ਲੋਕਾਂ ਨੇ, ਭੁੱਲੜਾਂ ਨੇ ਉਹਨਾਂ ਨੂੰ ਕਸ਼ਟ ਦਿੱਤੇ ਹੈ। ਇਤਿਹਾਸ 'ਚ ਇਹ ਜਗ੍ਹਾ ਕਿਤੇ ਨਹੀਂ ਲਿਖਿਆ ਕਿ ਉਹਨਾਂ ਮਾਲਕ ਦੇ ਪਿਆਰਿਆਂ ਨੇ ਉਹਨਾਂ ਲੋਕਾਂ ਨੂੰ ਸਰਾਪ ਦਿੱਤਾ ਜਾਂ ਬਦਦੁਆ ਦਿੱਤੀ ਹੈ, ਬਲਕਿ ਉਹਨਾਂ ਨੇ ਉਹਨਾਂ ਦੇ ਹੱਕ ਵਿੱਚ ਪ੍ਰਾਰਥਨਾ ਕੀਤੀ ਕਿ ਹੇ ਪ੍ਰਮਾਤਮਾ, ਤੂੰ ਇਹਨਾਂ ਤੇ ਰਹਿਮ ਕਰ। ਇਹਨਾਂ ਨੂੰ ਪਤਾ ਨਹੀਂਗਾ ਕਿ ਅਸੀਂ ਇਹ ਗਲਤ ਕੰਮ ਕਰਦੇ ਆ ਜਾਂ ਸਹੀ ਕਰਦੇ ਹਾਂ। ਸੋ ਜਿਹੜੇ ਸਾਰੀ ਲੋਕਾਈ ਦੇ ਸਿਰਤਾਜ ਸੰਤ ਹੁੰਦੇ ਹੈ, ਜਿਹੜੇ ਨਿਰਸਵਾਰਥ ਸੇਵਾ ਕਰਦੇ ਹੈ, ਅਸੀਂ ਉਹਨਾਂ ਨਾਲ ਕਿਸ ਤਰ੍ਹਾਂ ਦਾ ਸਲੂਕ ਕਰਦੇ ਹਾਂ। ਸੋ ਪਲਟੂ ਸਾਹਿਬ ਅਯੁੱਧਿਆ ਦੇ ਅੰਦਰ ਹੋਏ। ਉੱਥੇ ਜਦੋਂ ਰਾਮਚੰਦਰ ਜੀ ਮਹਾਰਾਜ ਚਲੇ ਗਏ, ਕਰਮਕਾਂਡ ਨੇ ਉਹ ਜਗ੍ਹਾ ਮੱਲ ਲਈ। ਉਹੋ ਜਿਹੀ ਜਗ੍ਹਾ ਜਿੱਥੇ ਕਿ ਬਹੁਤ ਸਾਰਾ ਕਰਮਕਾਂਡ ਦਿਨ ਰਾਤ ਹੋਵੇ, ਉਸ ਜਗ੍ਹਾ ਕਿਸੇ ਸੰਤ ਨੂੰ ਪ੍ਰਚਾਰ ਕਰਨਾ ਕਿੰਨਾ ਮੁਸ਼ਕਿਲ ਹੋ ਜਾਂਦਾ ਹੈ ਔਰ ਕਿੰਨਾ ਔਖਾ ਹੋ ਜਾਂਦਾ ਹੈ। ਸੋ ਪਲਟੂ ਸਾਹਿਬ ਨੇ ਬੜੀ ਦਲੇਰੀ ਨਾਲ, ਬੜੇ ਹੌਸਲੇ ਨਾਲ ਜੋ ਸੰਦੇਸ਼ ਜਾਂ ਜ਼ਿੰਮੇਵਾਰੀ ਉਹਨਾਂ ਨੂੰ ਪਰਮਾਤਮਾ ਨੇ ਸੌਂਪੀ ਸੀ, ਉਹ ਉੱਥੇ ਨਿਭਾਈ। ਫਿਰ ਉਹ ਕਹਿੰਦੇ ਹੁੰਦੇ ਕਿ ਹਿੰਦੂ, ਮੁਸਲਮਾਨ, ਸਾਰੇ ਲੋਕ ਜਿਨ੍ਹਾਂ ਦੇ ਉੱਤੇ ਪਰਮਾਤਮਾ ਦੀ ਰਹਿਮ ਹੈ,
ਉਹ ਤਾਂ ਪਲਟੂ ਸਾਹਿਬ ਦੇ ਪਾਸ ਚੱਲ ਕੇ ਆਉਂਦੇ ਹੈ। ਜੋ ਔਰਤਾਂ ਪਰਦੇ ਵਿੱਚ ਵੀ ਰਹਿੰਦੀਆਂ ਹਨ, ਉਹ ਵੀ ਸ਼ਬਦ ਦੀ ਆਵਾਜ਼ ਸੁਣ ਕੇ ਰੋਂਦੀਆਂ ਤੁਰੀਆਂ ਆਉਂਦੀਆਂ ਹਨ ਕਿ ਅਸੀਂ ਹੁਣ ਤੱਕ ਕਿਉਂ ਭੁੱਲੀਆਂ ਰਹੀਆਂ। ਔਰ ਕਹਿੰਦੇ ਕਿ ਪੰਡਤ, ਮੁੱਲਾਂ, ਪ੍ਰੋਤ ਵਗੈਰਾ ਇਹ ਮੇਰੇ ਦੁਸ਼ਮਣ ਬਣ ਚੁੱਕੇ ਹੈ। ਉਹ ਦੁਸ਼ਮਣੀ ਵੱਧਦੀ ਇੱਥੋਂ ਤੱਕ ਵਧੀ ਕਿ ਜਿਸੇ ਕੁਟੀਆ ਮਕਾਨ ਵਿੱਚ ਰਹਿ ਰਹੇ ਸੀ, ਉਹਨਾਂ ਲੋਕਾਂ ਨੇ ਇਕੱਠੇ ਹੋ ਕੇ ਇਹਨਾਂ ਦੇ ਮਕਾਨ ਨੂੰ ਅੱਗ ਲਾ ਦਿੱਤੀ, ਵਿੱਚੇ ਜਾਲ ਦਿੱਤੇ। ਹੁਣ ਤੁਸੀਂ ਸੋਚ ਕੇ ਦੇਖ ਲਓ ਕਿ ਮਹਾਤਮਾ ਸਾਡੇ ਤੇ ਰਹਿਮ ਕਰਨ ਵਾਸਤੇ ਆਉਂਦੇ ਹੈ, ਅਸੀਂ ਉਹਨਾਂ ਨਾਲ ਕੀ ਸਲੂਕ ਕਰਦੇ ਹਾਂ। ਉਹ ਬਦਲੇ ਵਿੱਚ ਸਾਨੂੰ ਕੋਈ ਬਦਦੁਆ ਫਿਰ ਵੀ ਨਹੀਂ ਦਿੰਦੇਗੇ। ਫਿਰ ਵੀ ਉਹ ਕਹਿੰਦੇ ਹੈ ਕਿ ਹੇ ਪ੍ਰਮਾਤਮਾ ਇਹਨਾਂ ਤੇ ਰਹਿਮ ਕਰ। ਗੁਰੂ ਗੋਬਿੰਦ ਸਿੰਘ ਜੀ ਦਾ ਖਾਸ ਵਾਕਿਆ ਹੈ ਭਾਈ ਦਇਆ ਸਿੰਘ। ਉਹਨਾਂ ਦੇ ਸਾਥ ਭਾਈ ਦਇਆ ਸਿੰਘ 5 ਪਿਆਰਿਆਂ 'ਚ ਇੱਕ ਪਿਆਰਾ ਸੀਗਾ। ਤੁਰੇ ਜਾ ਰਹੇ ਸੀਗੇ। ਸਾਡਾ ਇਤਿਹਾਸ ਦੱਸਦਾ ਹੈ ਕਿ ਗੰਗੂ ਚੰਦੂ ਸਵਾਈ ਨੇ ਕਿਸ ਤਰ੍ਹਾਂ ਗੁਰੂ ਅਰਜਨ ਦੇਵ ਨੂੰ ਤੱਤਿਆਂ ਤਵਿਆਂ ਤੇ ਬਿਠਾਇਆ। ਗੁਰੂ ਹਰਗੋਬਿੰਦ ਨੂੰ ਗਵਾਲੀਅਰ ਦੇ ਕਿਲੇ ਦੇ ਅੰਦਰ ਬਹੁਤ ਸਾਲ ਕੈਦ ਵੀ ਰਖਾਇਆ ਗਿਆ, ਲੇਕਿਨ ਫਿਰ ਵੀ ਉਹ ਸ਼ਾਂਤ ਨਹੀਂ ਹੁੰਦਾ ਸੀਗਾ। ਦਿਲ ਉਸ ਦਾ ਹਮੇਸ਼ਾ ਇਹ ਤਰਦੀਬਾਂ ਸੋਚਦਾ ਸੀ ਕਿ ਉਹਨਾਂ ਨੂੰ ਹੋਰ ਵੀ ਕੋਈ ਕਸ਼ਟ ਦਿਵਾਇਆ ਜਾਏ। ਤੋ ਭਾਈ ਦਇਆ ਸਿੰਘ ਨੇ ਇੱਕ ਦਿਨ ਬੇਨਤੀ ਗੁਰੂ ਗੋਬਿੰਦ ਸਿੰਘ ਦੇ ਅੱਗੇ ਕੀਤੀ ਸ਼ਾਂਤ ਵਿੱਚ ਕਿ ਜੀ ਚੰਦੂ ਸਵਾਈ ਤਾਂ ਨਰਕ ਭੋਗਦਾ ਹੋਣਾ ਹੈ। ਉਹ ਹੱਸ ਪਏ, ਕਹਿਣ ਲੱਗੇ ਭਾਈ ਉਹ ਤਾਂ ਉਸੇ ਟਾਈਮ ਹੀ ਗੁਰੂ ਨਾਨਕ ਨੇ ਸੰਭਾਲ ਕਰ ਲਈ ਸੀ। ਕਿਉਂ ਸੰਭਾਲ ਕੀਤੀ? ਕਿ ਇੱਕ ਤਾਂ ਉਹਨੇ 3 ਗੁਰੂਆਂ ਦੇ ਦਰਸ਼ਨ ਕੀਤੇ ਸਨ, ਇੱਕ ਉਹ ਭੁੱਲਿਆ ਹੀ ਨਹੀਂ, ਨਾ ਦਿਨੇ ਭੁੱਲਿਆ ਨਾ ਰਾਤ ਨੂੰ ਭੁੱਲਿਆ। ਇਸ ਕਰਕੇ ਉਹਦਾ ਧਿਆਨ ਪੱਕ ਚੁੱਕਿਆ ਸੀਗਾ। ਕਬੀਰ ਸਾਹਿਬ ਨੇ ਕਿਹਾ ਸਾਧੂ ਸੇ ਝਗੜਾ ਭਲਾ, ਸਾਖਤ ਸੇ ਨਹੀਂ ਮੇਲ। ਕਮ ਸੇ ਕਮ ਉਹਦਾ ਸਰੂਪ ਤਾਂ ਅੱਖਾਂ ਅੱਗੇ ਆਏਗਾ ਹੀ। ਸੰਤ ਨਹੀਂ ਦੇਖਦੇ ਕਿ ਇਹ ਸਾਡੇ ਨਾਲ ਕੋਈ ਵੈਰ ਕਰਦਾ ਹੈ ਜਾਂ ਦੁਸ਼ਮਣੀ ਕਰਦਾ ਹੈ, ਉਹਨਾਂ ਨੇ ਤਾਂ ਆਪਣਾ ਕੰਮ ਕਰਨਾ ਹੈ। ਮਹਾਰਾਜ ਸਾਵਣ ਸਿੰਘ ਮਿਸਾਲ ਦਿੰਦੇ ਹੁੰਦੇ ਸੀਗੇ ਕਿ ਇੱਕ ਬਿੱਛੂ ਸੀ, ਉਹ ਪਾਣੀ ਦੇ ਵਿੱਚ ਗਿਰ ਗਿਆ, ਬਹਿ ਜਾ ਰਿਹਾ ਸੀ। ਇੱਕ ਮਹਾਤਮਾ ਨੇ ਸੋਚਿਆ ਕਿ ਇਹ ਵੀ ਆਖਰ ਆਤਮਾ ਹੈ, ਇਹਦੇ ਵਿੱਚ ਵੀ ਜਾਨ ਹੈ। ਉਹਨਾਂ ਨੇ ਉਸ ਬਿੱਛੂ ਨੂੰ ਕੱਢ ਕੇ ਬਾਹਰ ਸਿੱਟਣ ਲੱਗੇ ਤੇ ਬਿੱਛੂ ਨੇ ਉਹਨਾਂ ਨੂੰ ਹੱਥ ਤੇ ਡੰਗ ਮਾਰਿਆ, ਚੱਕ ਮਾਰਿਆ। ਉਹਨਾਂ ਨੇ 6 ਦਿਨ ਫੇਰ ਛੱਡ ਦਿੱਤਾ। ਉਹ ਫਿਰ ਪਾਣੀ 'ਚ ਰੁੜ ਕੇ ਜਾ ਵੜਿਆ। ਉਹ ਫਿਰ ਉਹਨਾਂ ਨੇ ਕਈ ਦਫਾ ਐਸਾ ਹੀ ਕੀਤਾ। ਉਹ ਫਿਰ ਉਹਨਾਂ ਦੇ ਦੰਦੀ ਵੱਢੇ। ਕੋਈ ਦੇਖਦਾ ਸੀ, ਉਹ ਕਹਿੰਦਾ ਮਹਾਤਮਾ ਜੀ ਇਹ ਤਾਂ ਇੱਕ ਜਾਨਵਰ ਹੈ, ਇਹ ਹਟਦਾ ਨੀਗਾ ਆਪਦੀ ਆਦਤ ਤੋਂ, ਤੁਸੀਂ ਇਹਨੂੰ ਕਿਉਂ ਰੁੜਿਆ ਜਾਣਦੇ ਹੋ? ਮਹਾਤਮਾ ਕਹਿਣ ਲੱਗੇ ਦੇਖ ਪਿਆਰਿਆ, ਆਪੋ ਆਪਣੀ ਆਦਤ ਹੈ। ਅਗਰ ਇਹ ਆਪਦੀ ਆਦਤ ਨਹੀਂ ਛੱਡਦਾ ਤਾਂ ਮੈਂ ਆਪਣੀ ਆਦਤ ਫਾਇਦਾ ਕਰਨ ਵਾਲੀ, ਉਪਕਾਰ ਵਾਲੀ ਕਿਉਂ ਛੱਡਾਂ? ਜਦ ਮੈਂ ਆਪਣੇ ਗੁਰੂ ਦੇ ਪ੍ਰਮਾਤਮਾ ਕਿਰਪਾਲ ਦੇ ਅੱਗੇ ਆਪਣੀ ਕਮਜ਼ੋਰੀ ਜ਼ਾਹਰ ਕੀਤੀ, ਜਦ ਉਹਨਾਂ ਨੇ ਆਤਮਾ ਨੂੰ ਚਿਤਾਉਣ ਵਾਸਤੇ ਕਿਹਾ, ਰੋਇਆ ਕਿ ਮੈਂ ਕਮਜ਼ੋਰ ਹਾਂ, ਹਰ ਪਾਸੇ ਕਮਜ਼ੋਰ ਹਾਂ, ਤੋ ਦੁਨੀਆ ਨੇ ਤਾਂ ਹਰ ਸੰਤ ਦੀ ਮੁਖਾਲਫਤ ਕੀਤੀ ਹੈ, ਕੋਈ ਕਿਸੇ ਦੀ ਕਸਰ ਹੀ ਨਹੀਂ ਛੱਡੇਗੀ। ਮੈਂ ਕਿਸ ਤਰ੍ਹਾਂ ਜਰ ਸਕੂੰਗਾ, ਮੈਂ ਕਿਸ ਤਰ੍ਹਾਂ ਸੰਦੇਸ਼ ਦੇ ਸਕੂੰਗਾ? ਉਹ ਹੱਸ ਕੇ ਕਹਿਣ ਲੱਗੇ ਦੇਖ ਵੀ, ਜਦ ਬੁਰਾ ਬਰਿਆਈ ਤੋਂ ਨਹੀਂ ਹਟਦਾ, ਭਲਾ ਭਲਾਈ ਤੋਂ ਕਿਉਂ ਹਟੇ? ਇਹੀ ਉਹਨਾਂ ਦਾ ਸਹਾਰਾ ਸੀ ਜੋ ਮੈਂ ਸੰਸਾਰ ਦੇ ਅੰਦਰ ਇੱਕ ਛੋਟੇ ਜਿਹੇ ਬੱਚੇ ਨੂੰ ਲੈ ਕੇ ਉੱਠ ਗਿਆ ਸੀਗਾ ਕਿ ਜੋ ਉਸਨੇ ਕਿਹਾ ਹੈ ਉਹ ਠੀਕ ਹੈ। ਆਪਦੀ ਆਦਤ ਜੋ ਹੈ, ਆਪਦਾ ਜੋ ਸੁਭਾਅ ਹੈ, ਉਹ ਭਲਾਈ ਵਾਲਾ ਕਿਉਂ ਛੱਡਣਾ ਹੈ? ਸੋ ਪਲਟੂ ਸਾਹਿਬ ਸਾਨੂੰ ਇਸ ਛੋਟੇ ਜਿਹੇ ਸ਼ਬਦ ਦੇ ਵਿੱਚ ਦੱਸਦੇ ਹੈ ਕਿ ਭਗਤ ਜਗਤ ਸੇ ਵੈਰ ਹੈ, ਚਾਰੇ ਯੁਗ ਪ੍ਰਮਾਣ। ਗੁਰੂ ਨਾਨਕ ਨੇ ਵੀ ਕਿਹਾ ਭਗਤਾਂ ਤੇ ਸੰਸਾਰੀਆਂ
जोड़ कदे ना आया। क्योंकि संसारी लोग विषे बकारां दी जहर चढ़ी हुई है, मैं मेरी दी जहर चढ़ी हुई है। इन्हां नूं अगर कोई सच्ची गल कहंदा है, चंगी गल कहंदा है, इन्हां दे फायदे दी कहंदा है, तो इन्हां नूं बुरी लगदी है, मारन आउंदे है। महाराज सावण सिंह कहंदे हुंदे सीगे कि बई तुसी बीमार नूं, जिस नूं बुखार चढ़िया है, मिश्री दिओ। किन्नी मिश्री मिठी हुंदी है, लेकिन उसके मूँह का जो जायका है वो कड़वा होया हुंदा है। वो बुरा मनाउंदा है, कहंदा परे लै जाओ, ये कड़वी है। हुण मिश्री तो कड़वी नहीं, वो तो मिठी है, लेकिन उसके मूँह का जायका खराब होया है। इसे तरह विषे बकारां दी जहर नाल, बखार नाल साडा जिहड़ा मूँह का जायका है वो कड़वा है। जदों संत कहंदे है कि देख भी प्यारिया, इस गुनाह नूं छड्ड दे, तेरा फायदा है। गुनाह कर लेना आसान है, लेकिन इहदा भुगतान करना बड़ा औखा है। जदों असीं भुगतान करते हैं, फिर तुहानूं पता असीं रात दिन उस परमात्मा 'च नुक्स कढ़दे हैं, गालियां कढ़दे हैं कि साडे नाल उहने इंसाफ नहीं कीता। परमात्मा तो किसी नाल दुश्मनी नहीं करदा गा, वो तो रहम का समुंदर है, वो सदा ही रहम करता है। अगर परमात्मा रहम ना करे तो होर साडे ते कौन करेगा। लेकिन उन्हें ऐसा असूल बना दिता है कि जो जो कर्म जो जो करे सो भोगना भरना। जो जो असी कर्म करते हैं वो खुद करने वाले भी असी हैं, भोगण वाले भी असी हैं। गुरु नानक ने कहा, किसनो दोष देवे तू प्राणी, सौ अपना किया करारा है। हुण किहनूं दोष देण लग्या है? बिन किए लागे नहीं, किया ना बिरथा जाए। तो जद मालिक दे प्यारे भगती दा संदेश दिंदे है, सानू बड़ा ही सुनना भी औखा हो जाता है। इत्थों तक है, बच्चा सिनेमे च जावे, शराब पीवे, असी उसनूं कदे भी बुरा भला नहीं कहिंदे गे, बल्कि खुश होवांगे। अगर जे बच्चा भगती करन लग जावे, कोई भाग वाला ही माँ बाप है जेड़ा खुश होवे, मदद करे, तड़के उठावे कि भी बेटा सानू खुशी है, तू भजन कर। इतिहास पढ़ के देख लो, असी दुनिया विचारी किस गिनती दी। कबीर साहब ने कहा सी, जिस दुनिया ने हजारों सवार पटक के मारे है, दुनिया किस गिनती दी है। गुरु नानक दे माता पिता किन्ने परेशान हुंदे सीगे कि इस नूं अकल नहीं, होरां नूं समझाउणा, बाले नूं समझाउणा कि इस नूं खेती करन लाओ, किसे नूं कहना इस नूं व्यापार विच कोई अकल आवे। सारिਆਂ नाल ही ऐसी हुंदी है। जद कबीर साहब दे पास, उन्हां दी माता दे पास किसी ने कहा कि तेरा लड़का तो बहुत चंगा है, बहुत ही अच्छा है। वो कहंदी, सुनो दराणी, सुनो जठानी, अचरज एक पिहो, सात सूतन मुंडिए खोए, ए मुंडिया क्यों ना मुयो, जबकि माला लई न पुते, तब ते सुख ना पिहो। जिदे दा यह नाम जपन लग्या है, साडे घर च कोई सुख नहीं, जिहड़ा सूत वगैरह है उहदी कोई परवाह नहीं, लोकां नूं मौत आउंदी है, इहनूं क्यों नहीं आउंदी। तुसीं ठंडे दिल नाल सोच के देख सकते हो, गुरु नानक दुनिया नूं तारन वाले नूं भूत है कि इहदे अंदर मांदरी बुला लिया, वैद बुला लिया। गुरु नानक खुद ही कहंदे है, वैद बुलाया वैदगी, पगड़ टंडोले बां, भोला वैद न जानी, करक कलेजे मां। वैद नूं दारू दा की पता है, बीमारी दा की पता है। गुरु नानक कहण लगे, उसनूं देख बई, रोग दारू दोने जाने, तां नानक वैद सदाए। जिहड़ा रोग नूं भी जानदा होवे, दवाई भी दे सकदा होवे, ऐसी आत्मा दा रोग कौन जानदा है? गुरु जानदा है कि इहदे अंदर किस चीज की तड़फ है। वो दवाई नाम दी दिंदा है।
ਬਿਮਾਰੀ ਕਾਹਦੀ ਹੈ, ਤੜਫ ਕਾਹਦੀ ਹੈ, ਬਿਰੇ ਕਾਸ ਦੀ ਹੈ, ਪਰਮਾਤਮਾ ਨਾਲ ਮਿਲਣ ਦੀ। ਹੁਣ ਜਿਸ ਦੇ ਅੰਦਰ ਇਹ ਤੜਫ ਹੈ, ਰਾਤ ਨੂੰ ਜਾਗਦਾ ਹੈ, ਦਿਨ ਨੂੰ ਪਰੇਸ਼ਾਨ ਫਿਰਦਾ ਹੈ ਕਿ ਮੇਰੀ ਕੋਈ ਐਸੀ ਵਸਤੂ ਗੁੰਮ ਹੈ, ਮੈਨੂੰ ਮਿਲ ਜਾਵੇ। ਹੁਣ ਉਹ ਰੋਗ ਹੈ, ਜੇ ਤਾਂ ਉਹ ਵੈਦ ਮਿਲੇ ਤਾਂ ਹੀ ਉਸ ਨੂੰ ਦਵਾਈ ਮਿਲ ਸਕਦੀ ਹੈ। ਹੁਣ ਘਰ ਦੇ ਜਿਹੜੇ ਹੈ ਉਹ ਸਾਰੇ ਜ਼ੋਰ ਲਾਉਂਦੇ ਹੈ, ਇਹ ਕਾਰੋਬਾਰ ਨਹੀਂ ਕਰਦਾ, ਇਹ ਨਹੀਂ ਕਰਦਾ। ਕਬੀਰ ਸਾਹਿਬ ਨੇ ਕਿਹਾ, ਪਾਪੀ ਭਗਤ ਨਾ ਪਾਵੇ, ਹਰ ਪੂਜਾ ਨਾ ਸਹਾਏ, ਮੱਖੀ ਚੰਦਨ ਪਰ ਹਰੈ, ਜੈ ਦੁਰਗੰਤੈ ਜਾਏ। ਭਗਤੀ ਕਰਨੀ ਕੀ ਸੀ? ਭਗਤੀ ਕਰਨ ਵਾਲੇ ਵੀ ਚੰਗੇ ਨਹੀਂ ਲੱਗਦੇ। ਹੋਰ ਵੀ ਤੁਸੀਂ ਇਤਿਹਾਸ ਪੜ੍ਹ ਕੇ ਦੇਖ ਲਓ ਕਿ ਮਾਤਾ ਪਿਤਾ ਕਹਿਣਗੇ ਬੱਚਾ ਕਾਰੋਬਾਰ ਨਹੀਂ ਕਰਦਾਗਾ, ਤਿਆਗੀ ਹੋ ਗਿਆ ਹੈ। ਯਾਰ ਦੋਸਤ ਕਹਿਣਗੇ ਛੱਡ ਜਵਾਨ, ਕਿਹੜੇ ਪਾਸੇ ਲੱਗ ਗਿਆ ਤੂੰ। ਅਸੀਂ ਦੇਖਿਆ ਹੈ ਕਟਹਿੜੇ ਦਾ ਇੱਕ ਚੌਧਰੀ ਬੜਾ ਹਸਮੁਖ ਹੁੰਦਾ ਸੀ, ਉਹ ਨਾਮ ਲੈ ਗਿਆ। ਮੈਨੂੰ ਕਹਿਣ ਲੱਗਿਆ ਕਿ ਜੇ ਤੂੰ ਉੱਥੇ ਸਤਸੰਗ ਰੱਖੇ ਮੇਰੀ ਤਾਂ ਹੀ ਜਾਨ ਛੁੱਟੂਗੀ, ਨਹੀਂ ਤਾਂ ਮੈਨੂੰ ਜਾਂਦੇ ਨੂੰ ਉਹਨਾਂ ਲੋਕਾਂ ਨੇ ਪਰੇਸ਼ਾਨ ਕਰਨਾ। ਮੈਂ ਕਿਹਾ ਤੂੰ ਉਹਨਾਂ ਨੂੰ ਇੱਥੇ ਹੀ ਲੈ ਆ, ਇਹ ਕਾਫੀ ਸਾਲਾਂ ਦੀ ਬਾਤ ਹੈ। ਮੈਂ ਕਿਹਾ ਤੂੰ ਇੱਥੇ ਹੀ ਲੈ ਆ। ਖੈਰ ਆਖਰ ਮੈਂ ਪੰਜਾਬ ਜਾਣਾ ਸੀ, ਮੈਂ ਕਿਹਾ ਵੀ ਵਾਪਸੀ ਤੇ ਆਉਂਦੇ ਹੋਏ ਅਸੀਂ ਤੇਰੇ ਕਟਹਿੜੇ ਆਵਾਂਗੇ। ਅਸੀਂ ਕਟਹਿੜੇ ਗਏ, ਉਹਦੇ ਯਾਰ ਦੋਸਤ ਧਨੀ ਆਦਮੀ ਸੀ, ਉਹ ਸਾਰੇ ਮੇਰੇ ਪਾਸ ਆਏ, ਕਹਿਣ ਲੱਗੇ ਤੁਸੀਂ ਇੱਧਰ ਕਿਹੜੇ ਪਾਸੇ ਲਾਤਾ ਇਸ ਨੂੰ। ਖੁਦ ਸੋਚ ਕੇ ਦੇਖ ਲਓ ਕਿ ਉਹ ਮਾੜੇ ਪਾਸੇ ਲੱਗਿਆ ਸੀ, ਭਗਤੀ ਜੀ ਲੱਗਿਆ ਸੀ। ਕਿੰਨਾ ਕਸ਼ਟ ਹੋ ਜਾਂਦਾ ਹੈ। ਇਸ ਵਾਸਤੇ ਭਗਤ ਔਰ ਜਗਤ ਦਾ ਇਹ ਨਹੀਂ ਵੀ ਸਤਯੁਗ 'ਚ ਲੋਕਾਂ ਦੇ ਖਿਆਲ ਜ਼ਿਆਦਾ ਠੀਕ ਸੀ ਜਾਂ ਦੁਆਪਰ ਜਾਂ ਕਲਯੁਗ ਦੇ ਵਿੱਚ। ਨਹੀਂ ਪਿਆਰਿਓ, ਚੌਹਾਂ ਯੁੱਗਾਂ ਦੇ ਵਿੱਚ ਹੀ ਇਹੀ ਮਨ ਹੈ, ਇਹੀ ਆਤਮਾ ਹੈ। ਇਤਨਾ ਜ਼ਰੂਰ ਫਰਕ ਪੈ ਜਾਂਦਾ ਹੈ ਕਿ ਜਿਹੜੇ ਸਤਯੁਗ ਸੀ, ਤ੍ਰੇਤਾ ਦੁਆਪਰ, ਉਹਨਾਂ ਦੇ ਵਿੱਚ ਥੋੜੇ ਜਿਹੇ ਇਸ਼ਾਰੇ ਨਾਲ ਸਾਡਾ ਪਰਮਾਰਥ ਦੀ ਤਰਫ ਮਨ ਲੱਗ ਜਾਂਦਾ ਸੀਗਾ। ਉਦੋਂ ਲੋਕ ਜਪ ਤਪ ਦੇ ਉੱਤੇ ਬੜਾ ਜ਼ੋਰ ਦਿੰਦੇ, ਸੁਚ ਸੰਜਮ ਤੇ ਜ਼ੋਰ ਦਿੰਦੇ ਸੀਗੇ। ਲੇਕਿਨ ਨਾਮ ਦੀ ਭਗਤੀ ਵਾਲਿਆਂ ਨੂੰ, ਕਿਉਂਕਿ ਭਗਤੀ ਨਾਮ ਦੀ ਜਿਹੜੀ ਹੈ ਇਹ ਪਰਮਾਤਮਾ ਨਾਲ ਮਿਲਾਉਂਦੀ ਹੈ। ਜਿਹੜਾ ਉਦੋਂ ਵੀ ਇਹ ਕਰਦਾ ਸੀਗਾ ਉਸ ਨੂੰ ਲੋਕਾਂ ਦੀ ਮੁਖਾਲਫਤ ਦਾ ਸਾਹਮਣਾ ਕਰਨਾ ਪੈਂਦਾ ਸੀਗਾ। ਕਬੀਰ ਸਾਹਿਬ ਕਹਿੰਦੇ ਹੈ ਕਿ ਮੈਂ ਤ੍ਰੇਤੇ ਯੁੱਗ ਵਿੱਚ ਜਦ ਆਇਆ, ਉਦੋਂ ਰਾਵਣ ਨੂੰ ਜਿਹੜੀ ਉਹਦੇ ਘਰ ਵਾਲੀ ਮਦੋਦਰੀ ਸੀ ਉਸ ਨੂੰ ਨਾਮ ਮਿਲਿਆ ਸੀਗਾ। ਉਹ ਕਿਸੇ ਨਾਮ ਵਾਲਿਆਂ ਦੇ ਨਾਲ ਉਹਦੀ ਸੰਗਤ ਸੀ। ਉਹਨਾਂ ਨੇ ਕਿਹਾ ਕਿ ਉਹ ਪੂਰਨ ਸਾਧੂ ਹੈ, ਤੂੰ ਨਾਮ ਲੈ। ਉਹ ਵੀ ਚਾਹੁੰਦੀ ਸੀ ਕਿ ਉਹ ਸ਼ਿਵਾਂ ਦਾ ਉਪਾਸ਼ਕ ਹੈ। ਕੀ ਲੈ ਲਿਆ ਉਸਨੇ? ਕਿਉਂ ਨਾ ਉਹ ਸਤਪੁਰਸ਼ ਦਾ ਦਰਸ਼ਨ ਕਰੇ। ਤੋ ਕਬੀਰ ਸਾਹਿਬ ਜਦ ਉਸ ਦੇ ਘਰ ਅੰਦਰ ਗਏ, ਦੁਆਰਪਾਲ ਨੂੰ ਕਿਹਾ ਕਿ ਵੀ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਹੈ। ਰਾਵਣ ਬੜਾ ਹੰਕਾਰੀ ਸੀ, ਪੜ੍ਹਾਈ ਦਾ ਉਹਨੂੰ ਹੰਕਾਰ ਸੀ, ਰਾਜ ਦਾ ਉਸ ਨੂੰ ਹੰਕਾਰ ਸੀਗਾ, ਬਾਹੂਬਲ ਦਾ ਉਸ ਨੂੰ ਹੰਕਾਰ ਸੀਗਾ, ਸੋਨੇ ਚਾਂਦੀ ਦਾ ਉਸ ਨੂੰ ਹੰਕਾਰ ਸੀ, ਆਪਣੀਆਂ ਫੌਜਾਂ ਤੇ ਉਸ ਨੂੰ ਹੰਕਾਰ ਸੀਗਾ। ਤੁਹਾਨੂੰ ਪਤਾ ਹੈ ਜਿਸ ਦੇ ਇਰਦ ਗਿਰਦ ਇੰਨਾ ਹੰਕਾਰ ਹੋਵੇ ਉਹ ਸਾਧੂ ਨੂੰ ਕਦੋਂ ਮਿਲ ਨਾ ਸਕਦਾ ਹੈ। ਤੋ ਕਬੀਰ ਸਾਹਿਬ ਨੇ ਜਦ ਉਸ ਨੂੰ ਸੰਦੇਸ਼ ਭੇਜਿਆ ਤਾਂ ਦੁਆਰਪਾਲ ਨੂੰ ਕਹਿਣ ਲੱਗਿਆ, ਤੂੰ ਮੈਨੂੰ ਸ਼ਕਲ ਹੀ ਕਿਉਂ ਦਿਖਾਈ ਹੈ? ਇੱਕ ਤੂੰ ਪਿਛਕ ਦੇ, ਕਿਆ ਮੈਨੂੰ ਸਦਨ ਵਾਸਤੇ ਆ ਗਿਆ ਹੈ? ਕਿੱਡੀ ਮੇਰੀ ਹੇਠੀ ਹੈ। ਗੁੱਸੇ 'ਚ ਹੋਇਆ। ਅੱਗੇ ਕਬੀਰ ਸਾਹਿਬ ਕਿਹੜੇ ਸੀਗੇ, ਉਹਨਾਂ ਦੀ ਹਿਸਟਰੀ 'ਚ ਆਉਂਦਾ ਹੈ ਕਿ 70 ਵਾਰ ਤਲਵਾਰ ਦੇ ਕੀਤੇ ਕਬੀਰ ਸਾਹਿਬ ਤੇ। ਉਹ ਇੱਕ ਛੋਟੀ ਜਿਹੀ ਘਾਹ ਦਾ ਤਿਨਕਾ ਲੈ ਕੇ ਖੜ ਗਏ। ਅਖੀਰ ਹੱਸ ਕੇ ਕਹਿਣ ਲੱਗੇ, ਦੇਖ ਵੀ ਪਿਆਰਿਆ, ਇਹ ਤਲਵਾਰ ਦਾ ਜਿਹੜਾ ਜੌਹਰ ਹੈ ਇਹ ਤੂੰ ਰਾਮਚੰਦਰ ਨੂੰ ਦਿਖਾਈ, ਉੱਥੇ ਤੇਰੀ ਤਲਵਾਰ ਦੇ ਜੌਹਰ ਦਾ ਪਤਾ ਲੱਗੇਗਾ। ਤੋ ਕਹਿਣ ਦਾ ਭਾਵ ਹੈ ਕਬੀਰ ਸਾਹਿਬ 'ਚ ਕੀ ਨੁਕਸ ਸੀਗਾ? ਸਿਰਫ ਉਹ ਭਗਤੀ ਦਾ ਸੰਦੇਸ਼ ਦੇਣ ਵਾਸਤੇ ਉਸ ਦੇ ਘਰ ਅੰਦਰ ਵੀ ਗਿਆ ਸੀਗਾ। ਤੋ ਪਲਟੂ ਸਾਹਿਬ ਆਪਦਾ ਤਜਰਬਾ ਬਿਆਨ ਕਰਦੇ ਹੈ ਕਿ ਭਗਤ ਜਗਤ ਸੇ ਵੈਰ ਹੈ, ਚਾਰੇ ਯੁਗ ਪ੍ਰਮਾਣ। ਹਰ ਯੁਗ ਦੇ ਵਿੱਚ ਹੀ ਭਾਗ ਵਾਲੀਆਂ ਆਤਮਾ ਜਿਹੜੀਆਂ ਹਨ ਉਹ ਹੀ ਇੱਧਰ ਆਉਂਦੀਆਂ ਹੈ, ਗਿਣਤੀ ਦੀਆਂ ਹੀ ਆਉਂਦੀਆਂ ਹਨ। हाँ भाई। पलटू साहब की बाणी, तीसरा भाग, कुंडलियां, नंबर 237, पन्ना 98।
जागत पागत से बैर है, चारों जुग परमान। जागत पागत से बैर है, चारों जुग परमान। चारों जुग परमान। बैर जो मूस बिलाई। ਹੁਣ ਆ ਮਿਸਾਲ ਦਿੰਦੇ ਹੈ, ਬਿੱਲੀ ਨੂੰ ਕੌਣ ਟ੍ਰੇਨਿੰਗ ਦਿੰਦਾ ਹੈ ਕਿ ਤੂੰ ਚੂਹੇ ਨੂੰ ਜਦ ਵਿਖਾਲੀ ਦੇਵੇ ਉਸ ਨੂੰ ਪਕੜ ਕੇ ਖਾ ਲੈਣਾ ਹੈ। ਚੂਹੇ ਨੂੰ ਕੌਣ ਸਿਖਾਉਂਦਾ ਹੈ ਕਿ ਇਹ ਤੇਰੀ ਦੁਸ਼ਮਣ ਹੈ। ਚੂਹਾ ਬਿੱਲੀ ਨੂੰ ਦੇਖ ਕੇ ਮਿਆਉ ਵੀ ਸੁਣ ਲਵੇ, ਮਹਿਕ ਵੀ ਆ ਜਾਵੇ ਤੇ ਬਾਹਰ ਆਪਦੀ ਬਿੱਲ ਚੋਂ ਨਿਕਲਦਾਗਾ। ਇਸੇ ਤਰ੍ਹਾਂ ਉਹਨਾਂ ਨੂੰ ਕੌਣ ਟ੍ਰੇਨਿੰਗ ਦਿੰਦਾ ਹੈ? ਨਹੀਂ, ਤੁਰ ਤੋਂ ਹੀ ਉਸ ਕੁਦਰਤ ਨੇ ਐਸੇ ਅਸੂਲ ਬਣਾਏ ਹੈ। ਜਿਸ ਤਰ੍ਹਾਂ ਬਿੱਲੀ ਦਾ ਔਰ ਚੂਹੇ ਦਾ ਵੈਰ ਹੈ, ਇਸੇ ਤਰ੍ਹਾਂ ਸੰਸਾਰੀ ਲੋਕ ਮਾਲਕ ਦੇ ਪਿਆਰਿਆਂ ਦੀ ਮੁਖਾਲਫਤ ਕਰਦੇ ਹੈ। ਉਹ ਕਿਸੇ ਨੂੰ ਇਸ ਪਾਸੇ ਲੱਗਣ ਨਹੀਂ ਦਿੰਦੇ। ਕੋਈ ਲੱਗਦਾ ਹੈ ਤੇ ਉਸ ਦੀ ਖੂਬ ਖਬਰ ਲੈਂਦੇ ਹੈ ਜੀ। ਚਾਰੋਂ ਜੁਗ ਪਰਮਾਨ। बैर जो मूस बिलाई। नेवर पोयंगम बैर। कंवल हिम कर अधिकाई। ਨਿਓਲੇ ਦਾ ਔਰ ਸਰਪ ਦਾ ਵੈਰ ਹੈ। ਸਰਪ ਉਸ ਨੂੰ ਦੇਖ ਕੇ ਭੱਜ ਜਾਂਦਾ ਹੈ। ਅਗਰ ਉੱਥੇ ਖੜੇ ਤੇ ਨਿਓਲਾ ਉਸ ਨੂੰ ਜਾਣ ਨਹੀਂ ਦੇਵੇਗਾ। ਉਹਨਾਂ ਨੂੰ ਕੌਣ ਟ੍ਰੇਨਿੰਗ ਦਿੰਦਾ ਹੈ? ਨਹੀਂ, ਜਿਹੜੇ ਅਸੂਲ ਬਣਾਏ ਹੈ ਉਸ ਪਰਮਾਤਮਾ ਨੇ, ਉਸ ਨੂੰ ਕੋਈ ਮੇਟ ਨਹੀਂ ਸਕਦਾਗਾ। ਇਸੇ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਆ, ਜਿਸ ਤਰ੍ਹਾਂ ਜਦ ਦਾ ਵੀ ਧਨ ਪੈਦਾ ਹੋਇਆ ਹੈ ਉਦੋਂ ਦੇ ਚੋਰ ਧਨ ਮਗਰ ਲੱਗੇ ਹੋਏ ਆ। ਇਸੇ ਤਰ੍ਹਾਂ ਭਗਤੀ ਤੋਂ ਹਟਾਉਣ ਵਾਲੇ ਵੀ, ਭਗਤਾਂ ਦੀ ਮੁਖਾਲਫਤ ਕਰਨ ਵਾਲੇ ਵੀ ਉਸੇ ਟਾਈਮ ਦੇ ਹੀ ਇਹਨਾਂ ਦੇ ਮਗਰ ਲੱਗੇ ਹੋਏ ਹੈ ਜੀ। नेवर पुवंगम बैर। कंवल हिम कर अधिकाई। हसती के हर बैर। बैर है दूध खटाई। ਕਿਸ ਤਰ੍ਹਾਂ ਹਾਥੀ ਔਰ ਸ਼ੇਰ ਦਾ ਵੈਰ ਹੈ। ਹਾਥੀ ਨੂੰ ਦੇਖਿਆ ਨਹੀਂ, ਸ਼ੇਰ ਉਸ ਤੇ ਭਵਕ ਮਾਰ ਕੇ ਪੈ ਜਾਂਦਾ ਹੈ। ਹਾਥੀ ਦੇਖਣ ਸਾਰੀ ਸ਼ੇਰ ਨੂੰ ਭਾਗ ਜਾਂਦਾ ਹੈ ਔਰ ਆਪ ਕਹਿਣ ਲੱਗੇ, ਜਿਸ ਤਰ੍ਹਾਂ ਦੁੱਧ ਹੈ ਖੱਟਾ, ਉਹਦੇ ਤੇ ਨੇੜੇ ਰੱਖਿਆ ਨਹੀਂ, ਉਹ ਦੁੱਧ ਫਟਿਆ ਨਹੀਂਗਾ। ਇਸੇ ਤਰ੍ਹਾਂ ਜੇ ਅਸੀਂ ਇਹ ਕਹੀਏ ਕਿ ਮਨ ਨੂੰ ਅਸੀਂ ਦੁਨੀਆ ਵਿੱਚ ਰੱਖੀਏ, ਇੱਕ ਪਾਸੇ ਵਿਰਾਗ ਵਿੱਚ ਰੱਖੀਏ, ਤਾਂ ਪਿਆਰੇ ਇੱਕ ਮਿਆਨ ਵਿੱਚ ਕਬੀਰ ਸਾਹਿਬ ਨੇ ਕਿਹਾ, ਦੋ ਤਲਵਾਰਾਂ ਨਹੀਂ ਪੈਂਦੀਆਂ, ਇੱਕ ਹੀ ਪੈਂਦੀ ਹੈ। ਤੋ ਫਿਰ ਕਬੀਰ ਸਾਹਿਬ ਕਹਿੰਦੇ, ਘਰ ਮੇ ਰਹਿ ਤੇ ਭਗਤ ਕਰ, ਨਹੀਂ ਤਾਂ ਕਰ ਵੈਰਾਗ। ਜਾਂ ਘਰ ਵਿੱਚ ਰਹਿ ਜਾਂ ਵਿਰਾਗ ਕਰ। ਵਿਰਾਗੇ ਹੋਏ ਬੰਧਨ ਪੜੇ ਤਾਂ ਕਿ ਬੜੋ ਅਭਾਗ। ਅਗਰ ਵਿਰਾਗ ਲੈ ਲਿਆ ਹੈ, ਸਾਧੂ ਹੋ ਗਏ ਹੈ, ਮਨ ਤਰ੍ਹਾਂ ਤਰ੍ਹਾਂ ਦੀਆਂ ਬਾਤਾਂ ਫਿਰ ਕਰਦਾ ਹੈ। ਸਾਨੂੰ ਪਤਾ ਹੀ ਹੈ ਮਨ ਦਾ, ਲਹਿਰ ਉਠਾਉਂਦਾ ਹੈ, ਚੱਲੋ ਘਰ ਬਾਰ ਛੱਡੋ, ਭਗਤੀ ਕਰੋ। ਕੀ ਲੈਣਾ ਸੰਸਾਰ ਚੋਂ? ਇਹਦੋਂ ਵੀ ਜ਼ਿਆਦਾ ਕੁਝ ਸਿਖਾ ਦਿੰਦਾ ਹੈ। ਘਰ ਬਾਰ ਛੱਡ ਜਾਂਦਾ ਹੈ, ਬਾਹਰ ਚਲਿਆ ਜਾਂਦਾ ਹੈ, ਉੱਥੇ ਦੇਖਦਾ ਹੈ, ਘਰ ਯਾਦ ਆਉਂਦਾ ਹੈ, ਬੱਚੇ ਯਾਦ ਆਉਂਦੇ ਹੈ, ਪਤਨੀ ਯਾਦ ਆਉਂਦੀ ਹੈ, ਹੋਰ ਬਸਤੀ ਅੰਦਰ ਆ ਜਾਂਦਾ ਹੈ। ਕਬੀਰਾ ਇਹ ਮਨ ਮਸ਼ਕਰਾ, ਕਹੂੰ ਤਾਂ ਮਾਨੇ ਰੋਸ। ਜੇ ਕਹਿੰਦੇ ਹੈ ਤਾਂ ਗੁੱਸਾ ਮੰਨਦਾ ਹੈ,
ਤੇ ਬੜੇ ਬੜੇ ਰਿਖੀਆਂ ਮੁਨੀਆਂ ਨਾਲ ਮਸ਼ਕਰੀ ਕੀਤੀ। ਅਸੀਂ ਸ੍ਰਿੰਗੀ ਰਿਖੀ ਦੀ ਕਹਾਣੀ ਆਮ ਸੁਣਾਉਂਦੇ हैं, पढ़ते हैं प्राणा ਦੇ अंदर कि किस तरह वो बड़ा बहादुर सी, क्योंकि जिसने 60,000 वरा बड़ा कठिन साधना साधी तप किया। असी एक घंटा नहीं खड़ सकते गे। कोई ये मामूली बहादुर नहीं सीगा, बड़ा बहादुर सीगा। उसने तप किया, दुनिया छड्डती, सारी जिंदगी दुनिया नहीं देखी सीगी। तो राजे जथरत दे राज विच काल पै गया। अज दी तरह नहरां वगैरह नहीं सन। तो जोशी सदे वो कहंदे कि अगर सृंगी रिखी आके यज्ञ करावे तो बारिश हो सकती है, समा लग सकता है। हुण सृंगी रिखी कदे शहर विच नहीं आउंदा सीगा, गांव च नहीं आउंदा सीगा। राजे ने कहा कि मैं मोतियां दा थाल देवां भर के, अगर कोई उस नूं लै आवे तां। और एक औरत ने कहा कि मैं उस नूं लै आउणी है। वो चली गई, उन्हें देखा जाके कि की खांदा है। ओहो जे कपड़े पा ले, ओहो जा भेस कर लिया, उहदे तरह वो रहन लग पई। थानू पता है कि जो साडे भेष का बंदा बदल के आ जाए, उहदे नाल आसान हो जाता गल करनी। उहदे नाल मिलन चुलन लगे। उसने देखे की खांदा है। वो दरखत के उत्ते एक दफा जबान लाउंदा सीगा, उन्हें उस जगह शहद ला दिता, मिठा लग्या। थानू पता ही है जो मिठा लगता है, साडा मल्लो मल्ली अंदरों मन ही सलाह देने वाला है, बड़ा स्वाद है। क्योंकि जवान इंद्री जिहड़ी है ये उस वेले अपना काम करती है कि होर खा। जिथे कि एक दफा जवान लाउंदा सी, कई बारी लाउण लग्या। उत्थे उन्हें हलवा लाउणा शुरू किया। हलवा स्वाद लग्या। जो रोज हलवा खावे, शरीर अंदर ताकत आई। वो औरत कोले सी, उस दे नाल दुनियादारी की, बच्चे पैदा होए। उन्हें सलाह दी कि देख इत्थे हुण अपनी गुजर नहीं हुंदी, आपां शहर च चलीए, बच्चे पाल गए। सृंगी रिखी ने बच्चे चुक ले। क्योंकि जब मैं किते कहानी अमरीकना नूं सुणावां, क्योंकि अमरीकन लोग बच्चा बड़ा ही उस तरह ही चकते हैं जिवें सृंगी रिखी ने चके सीगे। मोढियां ते हुंदा है, एक अगले पासे लमकाया हुंदा है, तो एक रेहड़ी दे विच हुंदा है। तो जो ये मिसाल दिने हैं बई अमरीकन तो आसानी नाल ही समझ जाणगे, तो सब हसदे है। तो इस तरह सृंगी रिखी शहर नूं आ रहा सीगा, जग कराया। सानू पता है कि दुनिया इह जे वक्त की उड़ीक विच हुंदी है। किसी ने ताना मारिया, कहंदे सी सृंगी रिखी बड़ा अच्छा है, दुनिया च नहीं आउंदागा। ये तो गृहस्थियां नाल भी भैड़ा होया पिया है, किन्ने बच्चे है। खैर फिर भी दुनिया च ख्याल नहीं फैलिया होया सीगा। उत्थे बच्चे छड्डे, पत्नी मारी परे चला के, फिर जंगल नूं भज गया। एक बारी तो मन ने मशकरी की। सो इस वास्ते आप प्यार ना कहंदे है कि हस्ती केहर बैर बैर जिस तरह भगती दा और दुनिया दा, क्योंकि दुनिया ले लो, दुनिया दा समान ले लो, पता नहीं किस समान दे नाल सानू किहो जिहा रूप धारना उस माया ने। कोई औरत ना वस आउंदा है, वो रूप धारण करके आ जाती है। कोई माया ना वस आउंदा है, तो सानू पता ही है किसी विच बैठ के वो माया देनी शुरू करता है। कहंदा देख कोई नहीं देखता, अंदर ही है, वरत लै तू। क्यों भाई? इस वास्ते जिहड़ा मन है उस वेले कदों आपदा मौका हथ चों जाण दिंदा है। इस तरह ठीक आउंदा, कोई हुकूमत की कुर्सी पेश कर दिंदा है, उत्थे फुलिया नहीं समाउंदागा। सानू पता है जब कुर्सी आउंदी है हेठ
ਅਸੀਂ ਬੜੇ ਖੁਸ਼ ਹੁੰਦੇ ਆ, ਬੜੀ ਹੀ ਖੁਸ਼ੀ ਆਉਂਦੀ ਹੈ ਜਦ ਕੁਰਸੀ ਖੁੱਸਦੀ ਹੈ। ਜਿੰਨੀ ਜ਼ਿਆਦਾ ਸਾਨੂੰ ਕਿਸੇ ਚੀਜ਼ 'ਚੋਂ ਖੁਸ਼ੀ ਹੁੰਦੀ ਹੈ, ਉਨੀ ਜ਼ਿਆਦਾ ਉਹਦੇ ਵਿੱਚੋਂ ਗਮੀ ਹੁੰਦੀ ਹੈ। ਬੱਚੇ ਪੈਦਾ ਹੁੰਦੇ ਆ, ਬੜੀ ਖੁਸ਼ੀ ਹੁੰਦੀ ਹੈ, ਫੁੱਲੇ ਨਹੀਂ ਸਮਾਉਂਦੇ। ਜਦ ਉਹੀ ਬੱਚੇ ਨਲਾਇਕ ਨਿਕਲ ਜਾਣ ਜਾਂ ਪਰਮਾਤਮਾ ਵਾਪਸ ਮੰਗਾ ਲੇ, ਕਿੰਨੀ ਗਮੀ ਪੈਦਾ ਹੋ ਜਾਂਦੀ ਹੈ। ਸ਼ਾਦੀ ਹੁੰਦੀ ਹੈ, ਕਿੰਨੀ ਖੁਸ਼ੀ ਹੁੰਦੀ ਹੈ। ਮੀਆਂ ਬੀਬੀ ਫੁੱਲੇ ਨਹੀਂ ਸਮਾਉਂਦੇ ਗਏ, ਜਦ ਮੀਆਂ ਚੱਲ ਜਾਵੇ, ਬੀਵੀ ਰਹਿ ਜਾਵੇ, ਉਹ ਰੋਂਦੀ ਹੈ। ਕਿੰਨਾ ਦੁੱਖ, ਜਿੰਨੀ ਉਦੋਂ ਖੁਸ਼ੀ ਸੀ ਉਦੋਂ ਵੱਧ ਦੁੱਖ ਹੋ ਜਾਂਦਾ ਹੈ। ਮਾਇਆ ਅਸੀਂ ਆਉਂਦੀ ਹੈ, ਕਿੰਨੇ ਖੁਸ਼ ਹੁੰਦੇ ਹਾਂ। ਅਸੀਂ ਸੋਚਦੇ ਹਾਂ ਸ਼ਾਇਦ ਸਾਡੇ ਕੋਲ ਕੋਈ ਹੁਨਰ ਹੈ, ਅਸੀਂ ਬੜੇ ਸਿਆਣੇ ਹਾਂ, ਕਿ ਸਾਡੀ ਸਿਆਣਪ ਨਾਲ ਹੀ ਮਾਇਆ ਆਈ ਹੈ। ਜਦੋਂ ਜਾਂਦੀ ਹੈ, ਮੁਕੱਦਮਿਆਂ ਦੇ ਖਰਚਾਂ 'ਚ ਲੰਘਦੀ ਹੈ ਜਾਂ ਬਿਮਾਰੀ ਡਾਕਟਰਾਂ ਦੇ ਫੀਸਾਂ 'ਚ ਲੰਘਦੀ ਹੈ। ਉਹਨਾਂ ਹੀ ਜਿੰਨੀ ਖੁਸ਼ੀ ਸੀ ਉਦੋਂ ਵੱਧ ਦੁੱਖ ਪੈਦਾ ਹੋ ਜਾਂਦਾ ਹੈ, ਪਰੇਸ਼ਾਨੀ ਪੈਦਾ ਹੋ ਜਾਂਦੀ ਹੈ। ਕਿਉਂਕਿ ਦੁਨੀਆ ਆਰਜੀ ਹੈ, ਇਸ ਦੇ ਜਿਹੜੇ ਸੁੱਖ ਹੈ ਉਹ ਵੀ ਆਰਜੀ ਹੈ। ਇਸ ਵਾਸਤੇ ਸੰਤ ਸਾਨੂੰ ਪਿਆਰ ਨਾਲ ਕਹਿੰਦੇ ਹੈ ਕਿ ਬਈ ਸੱਚੀ ਸ਼ਾਂਤੀ, ਸੱਚਾ ਸੁੱਖ ਤੁਹਾਡੇ ਘਰ ਹੀ ਜਾ ਕੇ ਹੋ ਸਕਦਾ ਹੈ। ਸੋ ਸਾਨੂੰ ਪਲਟੂ ਸਾਹਿਬ ਦਾ ਜੋ ਸੰਦੇਸ਼ ਹੈ ਉਹ ਇਹ ਹੀ ਹੈ ਕਿ ਅਸੀਂ ਸੰਸਾਰ ਵਿੱਚ ਰਹਿਣਾ ਹੈ, ਸੰਸਾਰ ਨੂੰ ਛੱਡਣਾ ਨਹੀਂ। ਸੰਤਾਂ ਦਾ ਇਹ ਮਿਸ਼ਨ ਨਹੀਂ ਕਿ ਸੰਸਾਰ ਨੂੰ ਛੱਡ ਦਿਓ। ਸੰਸਾਰ ਨੂੰ, ਮੇਰਾ ਕਹਾਣੀ ਸ੍ਰਿੰਗੀ ਰਿਖੀ ਦੀ ਸੁਣਾਉਣ ਦਾ ਇਹੀ ਸੀ ਕਿ ਉਹ ਛੱਡ ਕੇ ਗਿਆ, ਆਖਰ ਸੰਸਾਰ 'ਚ ਆਉਣਾ ਪੈਂਦਾ ਹੈ। ਛੱਡ ਕੇ ਕਿੱਥੇ ਜਾਵਾਂਗੇ? ਅੱਗੇ ਵੀ ਸੰਸਾਰ ਹੀ ਹੈ। ਘਰ ਨੂੰ ਛੱਡਾਂਗੇ, ਕਿਸੇ ਡੇਰੇ ਦੀ ਚੌਕੀਦਾਰੀ ਕਰਾਂਗੇ, ਬੀਵੀ ਨੂੰ ਛੱਡਾਂਗੇ, ਅਨੇਕਾਂ ਬੀਵੀਆਂ ਅੱਗੇ ਫਿਰ ਹੱਥ ਅੱਡਣੇ ਪੈਣਗੇ। ਕੀ ਛੱਡਿਆ? ਗੁਰੂ ਨਾਨਕ ਕਹਿਣ ਲੱਗੇ ਕੀ ਛੱਡਣਾ ਬਈ? ਕਾਮ ਛੱਡ ਦਿਓ। ਤਿਆਗਣਾ, ਤਿਆਗਣਾ, ਕਿਸ ਚੀਜ਼ ਦਾ ਤਿਆਗ ਕਰਨਾ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤਿਆਗਣਾ। ਇਹਨੂੰ ਤਿਆਗੋ। ਮੰਗਣਾ ਕੀ ਹੈ? ਮੰਗਣਾ, ਮੰਗਣਾ ਹਰ ਰਸ ਗੁਰ ਸੇ ਮੰਗਣਾ। ਨਾਮ ਮੰਗੋ, ਨਾਮ ਦਾ ਰਸ ਮੰਗੋ, ਕਿਉਂਕਿ ਨਾਮ ਬਗੈਰ ਮੁਕਤੀ ਨਹੀਂ। ਨਾਮ ਦੇ ਭੰਡਾਰੀ, ਮਾਲਕ ਦੇ ਪਿਆਰੇ ਸੰਤ ਆਉਂਦੇ ਹੈ। ਸੰਤ ਨਾਮ ਰੂਪ ਹੁੰਦੇ ਹੈ, ਉਹ ਹੀ ਸਾਨੂੰ ਨਾਮ ਨਾਲ ਜੋੜਦੇ ਹੈ, ਉਹ ਹੀ ਨਾਮ ਦਾ ਪ੍ਰਕਾਸ਼ ਕਰਦੇ ਹੈ। ਹਾਂ ਭਾਈ। ਹਸਤੀ ਕੇ ਹਰ ਬੈਰ, ਬੈਰ ਹੈ ਦੂਧ ਖਟਾਈ। भैंस घोड़ से बैर, चोर पहरू से पाई। पाप पुण्य से बैर, अगन्यो बैरी पानी। ਪਲਟੂ ਸਾਹਿਬ ਕਹਿੰਦੇ ਆ ਕਿ ਜਿਸ ਤਰ੍ਹਾਂ ਚੋਰ ਔਰ ਪਹਿਰੇਦਾਰ ਦਾ ਵੈਰ ਹੈ, ਜਿਵੇਂ ਅੱਗ ਔਰ ਪਾਣੀ ਦਾ ਵੈਰ ਹੈ, ਕਿ ਅਗਨੀ ਨੂੰ ਫੌਰਨੀ ਉਹ ਖੁਸ਼ ਕਰ ਦਿੰਦਾ ਹੈ, ਠੰਡੀ ਕਰ ਦਿੰਦਾ ਹੈ। ਇਸੇ ਤਰ੍ਹਾਂ ਆਪ ਕਹਿੰਦੇ ਪੁੰਨ ਔਰ ਪਾਪ ਦਾ ਵੈਰ ਹੈ। ਜਿਸ ਹਿਰਦੇ ਵਿੱਚ ਨਾਮ ਪ੍ਰਗਟ ਹੋ ਜਾਂਦਾ ਹੈ, ਉੱਥੋਂ ਪਾਪ ਆਪਣਾ ਡੇਰਾ ਚੁੱਕ ਲੈਂਦੇ ਹੈ ਜੀ। पाप पुण्य से बैर, अगन्यो बैरी पानी। संतन यही विचार, जगत की बात ना मानी। पलटू नाहक भूखता, जोगी देखे स्वान। ਪਲਟੂ ਸਾਹਿਬ ਬੜੇ ਪਿਆਰ ਨਾਲ ਕਹਿੰਦੇ ਆ, ਇਸ ਵਾਸਤੇ ਜਦ ਵੀ ਪ੍ਰਮਾਤਮਾ ਆਪਦੇ ਪਿਆਰੇ ਬੱਚਿਆਂ ਨੂੰ ਸੰਸਾਰ ਵਿੱਚ ਭੇਜਦਾ ਹੈ,
ਸੰਸਾਰ ਦੇ ਲੋਕ ਕਿਉਂਕਿ ਜਿੱਥੇ ਵੀ ਆ ਕੇ ਉਹ ਜਨਮ ਲੈਂਦੇ ਹੈ, ਪਹਿਲਾਂ ਤਾਂ ਉਹਨਾਂ ਨੂੰ ਘਰ ਵਾਲੇ ਖੂਬ ਖਬਰ ਲੈਂਦੇ ਹੈ, ਫਿਰ ਰਿਸ਼ਤੇਦਾਰ ਜਿਹੜਾ ਵੀ ਘਰ ਅੰਦਰ ਆਉਂਦਾ ਹੈ ਉਹ ਬੜਾ ਪਿਆਰ ਨਾਲ ਮਿੱਠੀਆਂ ਗੱਲਾਂ ਨਾਲ ਸਮਝਾਉਂਦਾ ਹੈ, ਧਮਕਾਉਂਦਾ ਵੀ ਹੈ ਕਿ ਵੇਖ ਤੇਰਾ ਕੀ ਕੰਮ ਹੈ, ਹੁਣੇ ਭਗਤੀ ਕਰੇ। ਇਹ ਤਾਂ ਬੁੱਢੇ ਕਰਦੇ ਹੈ, ਹੁਣ ਜੇ ਬੁੱਢਿਆਂ ਕੰਨੀ ਦੇਖਦੇ ਹੈ। ਮੈਂ ਦੱਸਿਆ ਸੀਗਾ ਕਿ ਇੱਥੇ ਇੱਕ ਉਸ ਸੰਗੀ ਤਾਂ ਨਹੀਂ ਸੀ ਬੁੱਢਾ, ਘਰਦਿਆਂ ਨੇ ਸੋਚਿਆ ਕਿ ਬੜਾ ਤੰਗ ਹੈ, ਚਲੋ ਜੇ ਬਾਬਾ ਜੀ ਦੇ ਦਰਸ਼ਨ ਕਰ ਲਏ। ਉਹਨਾਂ ਨੂੰ ਘਰਦਿਆਂ ਨੂੰ ਨਾਮ ਸੀਗਾ, ਉਹ ਇੱਥੇ ਲਿਆਏ। ਮੈਨੂੰ ਕਹਿਣ ਲੱਗੇ ਕਿ ਉਹ ਉੱਪਰ ਤਾਂ ਆ ਨਹੀਂ ਸਕਦਾ, ਜੇ ਭਲਾ ਤੁਸੀਂ ਮਿਹਰ ਕਰੋ। ਮੈਂ ਨੀਚੇ ਚਲਿਆ ਗਿਆ। ਪਹਿਲਾਂ ਤਾਂ ਮੈਂ ਪੁੱਛਿਆ, ਸੁਣਾ ਬਾਬਾ ਕੀ ਹਾਲ ਹੈ? ਖੂਬ ਬਾਬਾ ਗੜਕੇ ਦੇ ਨਾਲ ਬੋਲਿਆ, ਕਹਿਣ ਲੱਗਾ ਬੜਾ ਅੱਛਾ ਹੈ। ਤੋ ਜਦ ਮੈਂ ਉਹਨੂੰ ਕਿਹਾ ਵੀ ਪਰਮਾਤਮਾ ਦੀ ਤਰਫ ਨਿਗਾਹ ਰੱਖ, ਰਾਮ ਰਾਮ ਕਹਿ, ਉਹ ਵਿਗੜ ਖੜਿਆ। ਮੈਨੂੰ ਆਦਾ ਮੈਂ ਅੱਗੇ ਔਖਾ, ਤੈਨੂੰ ਰਾਮ ਦੀ ਪਈ ਹੈ। ਹੁਣ ਤੁਸੀਂ ਸੋਚ ਕੇ ਦੇਖ ਸਕਦੇ ਹੋ ਬਈ ਬੁੱਢੇ ਨਾਮ ਜਪਦੇ ਹੋਣ ਤਾਂ ਜਵਾਨਾਂ ਨੂੰ ਇਸ ਪਾਸੇ ਕਰਨ ਲੱਗਣ ਦੀ ਕੀ ਲੋੜ ਹੈ? ਬੁੱਢੇ ਨਾਮ ਥੋੜ੍ਹਾ ਜਪਦੇ ਆ। ਮੇਰਾ ਕਹਿਣ ਦਾ ਭਾਵ ਹੈ ਕਿ ਜੇ ਬਚਪਨੇ ਤੋਂ ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ ਉੱਚੇ ਭਾਗ ਹੋਣ ਤੇ ਬਚਪਨੇ ਤੋਂ ਇੱਧਰ ਆ ਜਾਵੇ, ਪਹਿਲਾਂ ਖਿਆਲ ਨਹੀਂ ਫੈਲਿਆ ਹੁੰਦਾਗਾ, ਫਿਰ ਜਵਾਨੀ ਦਾ ਜੋਸ਼ ਹੁੰਦਾ ਹੈ, ਫਿਰ ਭਾਵੇਂ ਉਹ ਬੁੱਢਾ ਹੋ ਜਾਵੇ। ਕੁਛ ਹੋਏ ਜਦੋਂ ਭਜਨ ਤੇਲ ਕੀ ਧਾਰ ਸਾਧਨਾ ਅਧ ਕੈ ਸਾਧੀ, ਜਦੋਂ ਉਹਦਾ ਬਣ ਚੁੱਕਿਆ ਹੈ ਸਭ ਕੁਛ, ਖਿਆਲ ਹੀ ਉਧਰ ਲੱਗ ਚੁੱਕਿਆ ਹੈ, ਸੁੱਤਾ ਹੈ, ਜਾਗਦਾ ਹੈ, ਮਾਲਕ ਨਾਲ ਜੁੜਿਆ ਹੈ, ਫਿਰ ਉਮਰ ਦਾ ਕੀ ਫਰਕ ਹੈ? ਤੋ ਇਸ ਵਾਸਤੇ ਜਦੋਂ ਇਹ ਮਾਲਕ ਦੇ ਪਿਆਰੇ ਆਉਂਦੇ ਆ ਸੰਸਾਰ ਵਿੱਚ, ਉਹ ਦੁਨੀਆਦਾਰਾਂ ਦੀ ਗੱਲ ਨੂੰ ਮੰਨਦੇ ਨਹੀਂ, ਕਸ਼ਟ ਚੱਲ ਲੈਂਦੇ ਆ। ਇਹੀ ਵਿਚਾਰ ਪਲਟੂ ਸਾਹਿਬ ਕਹਿੰਦਾ, ਜਗਤ ਕੀ ਬਾਤ ਨਾ ਮਾਨੀ। ਜੋ ਪ੍ਰਮਾਤਮਾ ਨੇ ਉਹਨਾਂ ਦੇ ਜੁੰਮੇ ਮਿਸ਼ਨ ਲਾਇਆ ਸੀਗਾ, ਕੰਮ ਲਾਇਆ ਸੀ ਕਿ ਤੁਸੀਂ ਇਹ ਕਰਨਾ ਹੈ, ਉਹਨਾਂ ਨੇ ਦੁਨੀਆ ਦੀ ਪਰਵਾਹ ਨਹੀਂ ਕੀਤੀ, ਆਪਣਾ ਭਜਨ ਅਭਿਆਸ ਕੀਤਾ, ਕਠਿਨ ਸਾਧਨਾ ਸਾਧੀ। ਹਾਂ, ਪਲਟੂ ਨਾਹਕ ਭੂਕਤਾ, ਜੋਗੀ ਦੇਖੇ ਸਵਾਨ, ਜਗਤ ਭਗਤ ਸੇ ਬੈਰ ਹੈ, ਚਾरों जुग परमान। नंबर 240। हंस चुगै ना कोगी, सिंह चरे ना कास। परमात्मा ने हर चीज दी, पशु पंछी दी, ਇਨਸਾਨ ਹਵਾਨ ਦੀ, ਹਰ ਇੱਕ ਦੀ ਮਰਜ਼ਾਦਾ ਬਣਾਈ ਹੈ। ਉਹ ਮਰਜ਼ਾਦਾ ਦੇ ਅੰਦਰ ਅਸੀਂ ਬੱਧੇ ਹੋਏ, ਚਾਹੇ ਪਸ਼ੂ ਦੀ ਜੂਨ ਚਾਹੇ ਕਾਸੇ ਦੀ ਚਾਹੇ, ਅਸੀਂ ਪੂਰੀ ਕਰਦੇ ਹਾਂ। ਲੇਕਿਨ ਇਨਸਾਨ ਦੀ ਜੋ ਮਰਜ਼ਾਦਾ ਹੈ ਇਹ ਇਸ ਪਾਸੇ ਜਾਂਦਾ ਨਹੀਂਗਾ। ਮਰਜ਼ਾਦਾ ਤਾਂ ਇਨਸਾਨ ਦੀ ਕੀ ਹੈ ਕਿ ਪ੍ਰਮਾਤਮਾ ਨੇ 84 ਲੱਖ ਜੀਆ ਜੂਨ ਭੋਗਣ ਤੋਂ ਬਾਅਦ ਇੱਕ ਮੌਕਾ ਦਿੱਤਾ ਹੈ, ਬੜਾ ਇੱਕ ਛੋਟਾ ਜਿਹਾ ਮੌਕਾ ਦਿੱਤਾ ਹੈ ਕਿ ਵੀ ਜੋ ਕੰਮ ਤੂੰ ਪਸ਼ੂ ਪੰਛੀਆਂ ਦੇ ਜਾਮੇ 'ਚ ਨਹੀਂ ਕਰ ਸਕਦਾਗਾ, ਉਹ ਇਨਸਾਨ ਦੇ ਜਾਮੇ 'ਚ ਕਰ ਸਕਦਾ ਹੈ। ਉਹ ਹੈ ਪ੍ਰਮਾਤਮਾ ਦੀ ਭਗਤੀ, ਪ੍ਰਮਾਤਮਾ ਦੇ ਨਾਲ ਮਿਲਾਪ। ਅਗਰ ਇਹਦੇ ਨਾਲ ਮਿਲਾਪ ਨਾ ਕੀਤਾ, ਪਤਾ ਨਹੀਂ ਫਿਰ ਮੌਕਾ ਮਿਲੇ ਜਾਂ ਨਾ ਮਿਲੇ, ਕਿਸੇ ਐਸੀ ਜਗ੍ਹਾ ਜਾ ਕੇ ਜਨਮ ਹੋਵੇ ਕਿ ਜਿੱਥੇ ਭੁੱਲੇ ਭਟਕੇ ਵੀ ਤੁਸੀਂ ਪਰਮਾਤਮਾ ਦੀ ਤਰਫ ਜਾ ਨਾ ਸਕੋ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ, ਬੜੀਆਂ ਐਸੀਆਂ ਕੌਮਾਂ ਹਨ ਦੁਨੀਆ ਦੇ ਵਿੱਚ, ਐਸੀਆਂ ਜਗ੍ਹਾ ਹਨ ਜਿੱਥੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਪਰਮਾਤਮਾ ਕੀ ਚੀਜ਼ ਹੈ। ਮੈਂ ਕੈਨੇਡਾ ਦੇ ਅੰਦਰ ਗਿਆ, ਮਨਸਾ ਸਿੰਘ ਦੇ ਘਰੇ ਸਾਡਾ ਸਤਸੰਗ ਸੀਗਾ। ਕੁਛ ਹਿੰਦੁਸਤਾਨੀ ਪ੍ਰੇਮੀ ਮਿਲਣ ਵਾਸਤੇ ਆਏ। ਉਹਨਾਂ ਦੇ ਵਿੱਚ ਇੱਕ ਜਨਾਨੀ ਸੀ, ਉਸਨੇ ਸਵਾਲ ਇਤਨੇ ਕੀਤੇ ਕਿ ਮੇਰੇ ਉੱਪਰ ਚੜੀ ਲਗਾ ਦਿੱਤੀ।
ਉਹਦਾ ਸਵਾਲ ਵਾਰ-ਵਾਰ ਮੀਟ ਖਾਣ ਦਾ ਹੀ ਸੀਗਾ। ਉਹ ਵਾਰ-ਵਾਰ ਇਹੀ ਕਹੇ ਕਿ ਐਸੇ ਇਲਾਕੇ ਹੈ ਜਿੱਥੇ ਮੱਛੀ ਤੋਂ ਬਗੈਰ ਕੋਈ ਮਿਲਦਾ ਹੀ ਨਹੀਂ, ਉਹ ਫਿਰ ਪਾਪੀ ਹੋਏ। ਮੈਂ ਉਹਨੂੰ ਕਿਹਾ ਕਿ ਆਪਾਂ ਜਿਸ ਜਗ੍ਹਾ ਤੇ ਬੈਠੇ ਆ ਇੱਥੇ ਕੇਲੇ ਮਿਲਦੇ ਆ, ਸੰਤਰੇ ਮਿਲਦੇ ਆ, ਸੇਬ ਮਿਲਦਾ, ਹਰ ਪ੍ਰਕਾਰ ਦਾ ਅਨਾਜ ਮਿਲਦਾ, ਤੂੰ ਇੱਥੋਂ ਦੀ ਬਾਤ ਕਰ ਕਿ ਤੂੰ ਉੱਥੇ ਪੈਦਾ ਹੋਈ ਹੈ। ਹਾਂ, ਜੇ ਮੈਂ ਕਿਹਾ ਤੂੰ ਉੱਥੇ ਪੈਦਾ ਹੋਵੇਂ ਤੇ ਫੇਰ ਤੈਨੂੰ ਕੋਈ ਦੋਸ਼ ਵੀ ਨਹੀਂਗਾ। ਸ਼ੇਰ ਮਾਸ ਖਾਂਦਾ ਹੈ, ਉਹਨੂੰ ਕੀ ਦੋਸ਼ ਹੈ ਬਈ? ਉਹਦੇ ਦੰਦ ਉਹੋ ਜਿਹੇ ਬਣਾਏ ਹੈ। ਬਿੱਲੀ ਮੀਟ ਖਾਂਦੀ ਹੈ, ਉਸ ਨੂੰ ਕੀ ਦੋਸ਼ ਹੈ ਬਈ? ਉਹਦੇ ਦੰਦ ਉਹੋ ਜਿਹੇ ਬਣਾਏ ਹੋਏ ਹੈ। ਇਨਸਾਨ ਦੇ ਦੰਦ ਜਿਹੜੇ ਹੈ ਇਹ ਮਾਸ ਖਾਣ ਵਾਲੇ ਦੰਦ ਨਹੀਂ ਬਣਾਏ ਉਸਨੇ, ਪ੍ਰਮਾਤਮਾ ਨੇ। ਉਹਨਾਂ ਦੇ ਨਕੀਲੇ ਦੰਦ ਹੁੰਦੇ ਆ, ਇਨਸਾਨ ਦੇ ਚਪਟੇ ਦੰਦ ਹੈ, ਸਾਫ਼ ਹੈ। ਉਹ ਪ੍ਰਮਾਤਮਾ ਦੀ ਜਿਹੜੀ ਕੁਦਰਤ ਹੈ ਉਸ ਨੂੰ ਚੈਲੰਜ ਥੋੜ੍ਹਾ ਕੀਤਾ ਜਾ ਸਕਦਾ ਹੈ। ਸੋ ਅਸੀਂ ਲੋਕ ਐਸੀਆਂ ਗੱਲਾਂ ਘੜ ਲੈਂਦੇ ਹੈ, ਆਪਣੀ ਮਰਜ਼ਾਦਾ ਤੋਂ ਦੂਰ ਚਲੇ ਜਾਂਦੇ ਹੈ। ਕਬੀਰ ਸਾਹਿਬ ਕਹਿੰਦੇ ਕਿ ਜਿਉਂ ਬਣ ਫਲ ਪੱਕੇ ਭੋਏ ਗਿਰੇ, ਬੋਰ ਨਾ ਲੱਗੇ ਡਾਰ। ਕਬੀਰਾ ਮਾਨਸ ਜਨਮ ਦੁਰਲਭ ਹੈ, ਹੋਤ ਨਾ ਵਾਰੰਵਾਰ। ਵਾਰ ਨਹੀਂ ਗਾ। ਜਿਉਂ ਬਨ ਫਲ ਪੱਕੇ ਭੋਏ ਗਿਰੇ, ਬੋਰ ਨਾ ਲੱਗੇ ਡਾਰ। ਜਿਹੜਾ ਫਲ ਪੱਕ ਕੇ ਇੱਕ ਵਾਰੀ ਜ਼ਮੀਨ ਤੇ ਆ ਗਿਆ, ਉਹ ਦੁਬਾਰੇ ਉੱਥੇ ਨਹੀਂ ਲੱਗਦਾ ਗਾ। ਇੱਕ ਵਾਰੀ ਇਨਸਾਨ ਦਾ ਜਾਮਾ ਹੱਥ ਚੋਂ ਨਿਕਲ ਗਿਆ, ਫਿਰ ਉਹ ਹੱਥ ਵਿੱਚ ਨਹੀਂ ਆਉਂਦਾ ਗਾ। ਤੋ ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ ਕਿ ਸੰਸਾਰ ਦੀ ਮਰਜ਼ਾਦਾ ਹੈ। ਕਿਸ ਤਰ੍ਹਾਂ ਮਰਜ਼ਾਦਾ ਹੈ? ਪਲਟੂ ਸਾਹਿਬ ਦੱਸਣਗੇ ਕੀ ਮਰਜ਼ਾਦਾ ਹੈ। ਕਿ ਜਿਸ ਤਰ੍ਹਾਂ ਪਪੀਹੇ ਦੀ ਮਰਜ਼ਾਦਾ ਹੈ, ਹਾਲਾਂਕਿ ਉਹ ਜਾਨਵਰ ਹੈ, ਉਹ ਸਵਾਂਤੀ ਬੂੰਦ ਦਾ ਪਾਣੀ ਪੀਂਦਾ ਹੈ। ਪਿਆਸਾ ਮਰ ਜਾਏਗਾ, ਦਮ ਤੋੜ ਦੇਵੇਗਾ, ਉਹ ਨਦੀਆਂ ਨਾਲਿਆਂ ਦਾ ਪਾਣੀ ਨਹੀਂ ਪੀਂਦਾ ਗਾ। ਉਹ ਕਹਿੰਦਾ ਨਾ, ਮਮ ਕੁਲ ਇਹੀ ਰੀਤ। ਕਹਿੰਦਾ ਸਾਡੀ ਕੁਲ ਦੀ ਇਹ ਰੀਤੀ ਹੈ, ਮੇਰੀ ਕੁਲ ਨੂੰ ਲਾਜ ਲੱਗ ਜਾਏਗੀ। ਕਬੀਰ ਸਾਹਿਬ ਨੇ ਵੀ ਉਹਨਾਂ ਦੀ ਮਿਸਾਲ ਦਿੱਤੀ ਹੈ ਕਿ ਮੈਂ ਗੰਗਾ ਦੇ ਕਿਨਾਰੇ ਫਿਰਦਾ ਸੀਗਾ, ਤੋ ਪਪੀਹਾ ਪਿਰੋ ਕਰਦਾ ਗੰਗਾ 'ਚ ਗਿਰ ਗਿਆ, ਦਮ ਤੋੜ ਦਿੱਤਾ, ਚੁੰਝ ਨਹੀਂ ਖੋਲੀ। ਪਪੀਹੇ ਦਾ ਪਨ ਦੇਖ ਕੇ ਤੀਰ ਜਿਰਹੀ ਨਾ ਰੰਚ, ਮਰਦੇ ਦਮ ਜਲ ਮੇ ਪੜਾ ਤੋ ਨਾ ਬੋੜੀ ਚੁੰਝ। ਚੁੰਝ ਨਹੀਂ ਖੋਲੀ। ਉਹ ਵੀ ਮਰਜ਼ਾਦਾ ਰੱਖਦਾ ਹੈ। ਕਮਲ ਦੀ ਵੀ ਮਰਜ਼ਾਦਾ ਹੈ। ਸੂਰਜ ਨੂੰ ਦੇਖਦਾ ਹੈ, ਖਿੜ ਉੱਠਦਾ ਹੈ। ਅਸੀਂ ਸੂਰਜਮੁਖੀ ਆਮ ਦੇਖਦੇ ਹਾਂ, ਜਿਵੇਂ ਜਿਵੇਂ ਸੂਰਜ ਗੇੜਾ ਖਾਂਦਾ ਹੈ, ਉਹਦਾ ਫੁੱਲ ਵੀ ਉਸੇ ਤਰ੍ਹਾਂ ਹੀ ਉਧਰ ਨੂੰ ਮੂੰਹ ਕਰ ਲੈਂਦਾ ਹੈ। ਪਸ਼ੂ ਪੰਛੀਆਂ ਦੀ ਵੀ ਮਰਜ਼ਾਦਾ ਹੈ, ਲੇਕਿਨ ਇਨਸਾਨ ਦੀ ਜੋ ਮਰਜ਼ਾਦਾ ਹੈ ਕਿ ਪ੍ਰਮਾਤਮਾ ਦੀ ਭਗਤੀ ਕਰਨੀ ਹੈ, ਪ੍ਰਮਾਤਮਾ ਨਾਲ ਮਿਲਣਾ ਹੈ, ਇਹ ਅਨਾਜ ਖਾਣਾ, ਇਹ ਨਹੀਂ ਖਾਣਾ, ਅਸੀਂ ਆਪਣੀ ਮਰਜ਼ਾਦਾ ਛੱਡ ਜਾਂਦੇ ਹਾਂ। ਇਸ ਵਾਸਤੇ ਪਲਟੂ ਸਾਹਿਬ ਇਸ ਸ਼ਬਦ ਦੇ ਵਿੱਚ ਦੱਸਦੇ ਹੈ, ਗੌਰ ਨਾਲ ਸੁਣਨ ਵਾਲਾ ਹੈ, ਕਿ ਜਿਹੜਾ ਸ਼ੇਰ ਹੈ ਉਹ ਘਾਸ ਨਹੀਂ ਖਾਂਦਾ ਗਾ, ਉਹ ਮੁਰਦਾ ਨਹੀਂ ਖਾਂਦਾ ਗਾ, ਉਹ ਸੱਜਰਾ ਆਪਣਾ ਮਾਰ ਕੇ ਖਾਂਦਾ ਹੈ। ਅਗਰ ਉਹ ਮੁਰਦਾ ਖਾਵੇ ਤੇ ਉਹਦੀ ਕੁਲ ਨੂੰ ਦਾਗ ਲੱਗਦਾ ਹੈ, ਕਿਸੇ ਦਾ ਮਾਰਿਆ ਖਾਵੇ ਤਦ ਵੀ ਕੁਲ ਨੂੰ ਦਾਗ ਲੱਗਦਾ ਹੈ। ਹਾਂ ਭਾਈ। ਹੰਸ ਚੁਗੇ ਨਾ ਕੋਗੀ, ਸਿੰਹ ਚਰੈ ਨਾ ਕਾਸ। ਸਿੰਹ ਚਰੈ ਨਾ ਕਾਸ, ਮਾਰ ਕੁੰਜਰ ਕੋ ਖਾਤੇ। ਜੋ ਮੁਰਦਾ ਹਵੇ ਜਾਏ, ਤਾਕੇ ਨਿਕਟ ਨਾ ਜਾਤੇ। ਵੇ ਨਾ ਖਾਹੇ ਅਸ਼ੁੱਧ, ਰੀਤ ਕੁਲ ਕੀ ਚਲੀ ਆਈ। ਆਪ ਪਿਆਰ ਨਾਲ ਕਹਿੰਦੇ ਹੈ ਕਿ ਹੰਸ ਹਮੇਸ਼ਾ ਮੋਤੀਆਂ ਦੀ ਚੋਗ ਚੁਗਦਾ ਹੈ,
ਉਹ ਘੋਗੇ ਸਿਪੀਆਂ ਨਹੀਂ ਖਾਂਦਾ ਗਾ। ਅਗਰ ਖਾਂਦਾ ਹੈ ਤਾਂ ਉਹਦੀ ਕੁਲ ਨੂੰ ਦਾਗ ਲੱਗਦਾ ਹੈ। ਇਸ ਵਾਸਤੇ ਆਪਦੀ ਕੁਲ ਦੀ ਮਰਜ਼ਾਦਾ ਦੇ ਖਿਆਲ ਰੱਖਦਾ ਹੈ, ਪਾਲਦਾ ਹੈ, ਹਮੇਸ਼ਾ ਮੋਤੀਆਂ ਨੂੰ ਉਹ ਚੁਗਦਾ ਹੈ। ਇਸ ਵਾਸਤੇ ਆਪ ਕਹਿਣ ਲੱਗੇ ਸ਼ੇਰ ਵੀ ਆਪਦੀ ਕੁਲ ਦੀ, ਬੇਸ਼ੱਕ ਉਹ ਜਾਨਵਰ ਨੂੰ ਕੌਣ ਜਾ ਕੇ ਟ੍ਰੇਨਿੰਗ ਦਿੰਦਾ ਹੈ ਕਿ ਤੇਰੀ ਇਹ ਕੁਲ ਦੇ ਵਿੱਚ ਹੈ, ਨਹੀਂ, ਜੋ ਪ੍ਰਮਾਤਮਾ ਨੇ ਬਣਾਤੀ ਹੈ ਮਰਜ਼ਾਦਾ, ਹਰ ਇੱਕ ਦੀ ਮਰਜ਼ਾਦਾ ਬਣਾਈ ਹੈ, ਉਸ ਦੇ ਉੱਤੇ ਪੂਰੇ ਉਤਰਦੇ ਹੈ। ਉਹ ਮੁਰਦਾ ਨਹੀਂ ਖਾਂਦੇ, ਉਹ ਤਾਜ਼ਾ ਮਾਸ ਖਾਂਦੇ ਹੈ, ਮੁਰਦੇ ਨੂੰ ਅਸ਼ੁੱਧ ਸਮਝਦੇ ਹੈ, ਉਹ ਨਹੀਂ ਉਹ ਖਾਂਦੇ ਗੇ। ਇਸ ਵਾਸਤੇ ਸੰਤਾਂ ਦੀ ਵੀ ਮਰਜ਼ਾਦਾ ਹੁੰਦੀ ਹੈ ਜੋ ਪਰਮਾਤਮਾ ਨੇ ਬੰਨ੍ਹ ਦਿੱਤੀ ਹੈ। ਅਗਰ ਸੰਤ ਉਸ ਮਰਜ਼ਾਦਾ ਨੂੰ ਤੋੜਦੇ ਹੈ ਤੇ ਉਹਨਾਂ ਦੇ ਜਿੰਮੇ ਵੀ ਦੋਸ਼ ਆਉਂਦਾ ਹੈ। ਉਹ ਬੜੇ ਪਿਆਰ ਦੇ ਨਾਲ ਸਾਨੂੰ ਆ ਕੇ ਜੀਵਾਂ ਨੂੰ ਉਹ ਮਰਜ਼ਾਦਾ ਹੀ ਸਮਝਾਉਂਦੇ ਹੈ। ਕੋਈ ਗੁਰੂ ਚੇਲਾ ਤੁਰੇ ਜਾਂਦੇ ਸੀਗੇ, ਚੇਲਾ ਕਹਿਣ ਲੱਗਾ ਮਹਾਰਾਜ ਜੀ ਕੋਈ ਐਸਾ ਉਪਦੇਸ਼ ਕਰੋ ਕਿ ਜਿਹਦੇ ਨਾਲ ਮੈਨੂੰ ਸ਼ਾਂਤੀ ਆਵੇ, ਦਿਲ ਨੂੰ ਠੰਡ ਪਵੇ ਔਰ ਕੋਈ ਅੱਛਾ ਜਿਹਾ ਉਪਦੇਸ਼ ਕਰੋ। ਉਹ ਕਹਿਣ ਲੱਗੇ ਵੀ ਦੇਖ ਬੇਟਾ ਕੁਛ ਬਣਨਾ ਨਹੀਂ ਗਾ। ਹੁਣ ਇਹ ਸਮਝਣ ਦੇ ਵਿੱਚ ਬੜੀ ਇੱਕ ਛੋਟੀ ਜੀ ਬਾਤ ਹੈ ਵੀ ਕੁਛ ਬਣਨਾ ਨਹੀਂ ਗਾ। ਅੱਗੇ ਤੁਰੇ ਗਏ, ਇੱਕ ਰਾਜੇ ਦਾ ਬਾਗ ਸੀਗਾ, ਮਹੱਲ ਸਨ, ਉੱਥੇ ਅੱਛੇ ਪਲੰਗ ਡੱਠੇ ਪਏ ਸੀਗੇ, ਬਿਸਤਰੇ ਅੱਛੇ ਅੱਛੇ ਲੱਗੇ ਹੋਏ ਸਨ। ਤੋ ਚੇਲੇ ਨੇ ਕਿਹਾ ਕਿ ਇੱਥੇ ਕੁਝ ਚਿਰ ਆਰਾਮ ਕਰੀਏ, ਇੱਥੇ ਕੋਈ ਹਟਾਉਂਦਾ ਤਾਂ ਹੈ ਨਹੀਂ ਗਾ। ਗੁਰੂ ਨੇ ਉਸ ਨੂੰ ਕਿਹਾ ਕਿ ਬਈ ਦੇਖ ਇਹ ਵੀ ਕਿਸੇ ਦੇ ਹੈ ਹੀ, ਕਿਸੇ ਦੇ ਵਿਛਾਏ ਹੀ ਹੈ। ਕਹਿੰਦਾ ਨਹੀਂ ਜੀ ਇੱਥੇ ਕੌਣ ਹਟਾਉਂਦਾ ਹੈ। ਗੁਰੂ ਪਾਸੇ ਹੋ ਕੇ ਆਪਦੇ ਅਭਿਆਸ ਵਿੱਚ ਬੈਠ ਗਿਆ। ਚੇਲੇ ਮੰਜੇ ਤੇ ਪੈ ਗਿਆ। ਹੁਣ ਨਰਮ ਗਦੈਲੇ ਕਦੇ ਦੇਖੇ ਨਹੀਂ ਸਨ। ਪਿਆ ਨੀਂਦ ਆ ਗਈ। ਉਹ ਰਾਜੇ ਦੇ ਅਹਿਲਕਾਰ ਆਏ, ਜਦੋਂ ਉਹਨਾਂ ਨੇ ਉਸ ਮੰਜੇ ਦੇ ਉੱਤੇ ਪਿਆ ਦੇਖਿਆ, ਫੁੱਲ ਵਗੈਰਾ ਮਿੱਧੇ ਦੇਖੇ, ਉਹਨਾਂ ਨੇ ਉਸ ਨੂੰ ਕੰਨ ਫੜ ਕੇ ਉਠਾ ਲਿਆ। ਕਹਿਣ ਲੱਗੇ ਤੂੰ ਕੌਣ ਹੋਵੇ ਤੇ ਇੱਥੇ ਮਹੱਲਾਂ ਦੇ ਵਿੱਚ ਆ ਕੇ ਪਿਆ। ਕਹਿੰਦਾ ਜੀ ਮੈਂ ਸਾਧੂ ਹਾਂ। ਉਹਨਾਂ ਨੇ ਫੜ ਕੇ ਕੁੱਟ ਸਿੱਟਿਆ। ਕਹਿੰਦਾ ਬਣਨਾ ਸਾਧ ਤੇ ਰਾਜੇ ਦੇ ਮਹੱਲਾਂ ਦੇ ਵਿੱਚ ਆ ਕੇ ਨਰਮ ਬਿਸਤਰਿਆਂ ਤੇ ਸੌਣਾ। ਉਹਨਾਂ ਨੇ ਕੁੱਟ ਕੇ ਤੋ ਛੱਡ ਦਿੱਤਾ। ਕੀ ਕਰਨਾ ਸੀਗਾ। ਉਹ ਗੁਰੂ ਕੋਲੇ ਆਇਆ, ਕਹਿਣ ਲੱਗਾ ਜੀ ਮੈਨੂੰ ਤਾਂ ਬੜਾ ਉਹਨਾਂ ਨੇ ਕੁੱਟਿਆ। ਉਹ ਕਹਿੰਦੇ ਬੱਚੂ ਕੁਛ ਬਣਿਆ ਹੋਏਗਾ, ਤੈਂ ਕੁਛ ਕਿਹਾ ਹੋਣਾ ਹੈ। ਕਹਿੰਦਾ ਜੀ ਮੈਂ ਤਾਂ ਕੁਛ ਨਹੀਂ ਕਿਹਾ ਸੀ। ਉਹ ਪੁੱਛਣ ਲੱਗੇ ਵੀ ਤੂੰ ਕੌਣ ਹੈ। ਕਿ ਮੈਂ ਕਿਹਾ ਮੈਂ ਸਾਧ। ਉਹਦੇ ਫਿਰ ਸਾਧ ਬਣਿਆ ਤਾਂ ਤਦ ਹੀ ਕੁੱਟ ਪਈ ਨਾ। ਉਹ ਆਏ ਤਾਂ ਮੇਰੇ ਕੋਲੇ ਵੀ ਸੀਗੇ, ਪਹਿਲਾਂ ਤਾਂ ਮੈਂ ਇਹਨਾਂ ਦੇ ਬਿਸਤਰਿਆਂ ਤੇ ਨਹੀਂ ਪਿਆ, ਮੇਰੇ ਕੋਲੇ ਆਏ। ਉਹ ਕਹਿਣ ਲੱਗੇ ਵੀ ਤੂੰ ਕੌਣ ਹੈ। ਮੈਂ ਕਿ ਉਹਨਾਂ ਨੂੰ ਕਿਹਾ ਵੀ ਮੈਂ ਤਾਂ ਰਾਹੀ ਆ, ਤੁਰਿਆ ਜਾਂਦਾ, ਥੱਕ ਗਿਆ ਸੀ, ਥੋੜਾ ਜਿਹਾ ਇੱਥੇ ਪੁੰਜੇ ਬੈਠ ਕੇ ਆਰਾਮ ਕਰਦਾ। ਉਹ ਆਦੇ ਵੀ ਉਹ ਮੈਨੂੰ ਗਰੀਬ ਜਾਣ ਕੇ ਛੱਡ ਗਏ ਆ। ਸੋ ਇਸ ਵਾਸਤੇ ਸੰਤ ਸਾਨੂੰ ਆ ਕੇ ਸੰਸਾਰ ਦੀ ਮਰਜ਼ਾਦਾ ਵੀ ਸਮਝਾਉਂਦੇ ਆ, ਇਹ ਵੀ ਦੱਸਦੇ ਆ ਕਿ ਪਿਆਰਿਓ ਕੁਛ ਬਣੋ ਨਾ। ਜੇ ਬਣੋਗੇ ਤੇ ਉਹ ਸਾਧ ਦੀ ਤਰ੍ਹਾਂ ਹੀ ਹੋਏਗੀ, ਕਿਉਂਕਿ ਅਸੀਂ ਸਾਧ ਬਣੇ ਨਹੀਂ ਹੁੰਦੇ। ਸਾਧ ਬਣਨ ਦਾ ਹੰਕਾਰ ਜ਼ਰੂਰ ਕਰਦੇ ਹਾਂ। ਗੁਰੂ ਸਾਹਿਬ ਦੀ ਬਾਣੀ ਪੜ੍ਹੋ ਤੁਸੀਂ, ਕਿਉਂਕਿ ਬਾਣੀ ਇੱਕ ਅਗਵਾਹੀ ਹੁੰਦੀ ਹੈ। ਜੇ ਅਸੀਂ ਅਗਵਾਹੀ ਨਾ ਸਮਝਾਂਗੇ, ਉਹਦੇ ਮੁਤਾਬਕ ਕਰਾਂਗੇ ਨਹੀਂ, ਜੋ ਬੋਲਦੇ ਆ ਉਹ ਕਰਾਂਗੇ ਨਹੀਂ, ਫਿਰ ਵੀ ਦੋਸ਼ ਆਉਂਦਾ ਹੈ। ਦੂਜਿਆਂ ਨੂੰ ਕਹਿਣਾ ਤੂੰ ਭਜਨ ਕਰ, ਖੁਦ ਕਰੀਏ ਨਾ, ਦੋਸ਼ ਆਏਗਾ। ਇੱਕ ਐਸੀ ਤਾਕਤ ਹੈ ਤੁਹਾਡੇ ਅੰਦਰ, ਜਦ ਤੁਸੀਂ ਚੁੱਪ ਕਰਕੇ ਵੀ ਬੈਠਦੇ ਹੋ, ਉਹਨੂੰ ਪਤਾ ਹੈ ਕਿ ਚੁੱਪ ਕਿਉਂ ਹੈ। ਜਦ ਬੋਲਦੇ ਹੋ ਤੁਹਾਡੇ ਅੰਦਰ ਨੂੰ ਪੜਦਾ ਹੈ ਵੀ ਇਹ ਕੀ ਕਹਿੰਦਾ ਹੈ, ਇਹ ਕਰਦਾ ਕੀ ਹੈ। ਰਾਮ ਝਰੋਖੇ ਬੈਠ ਕੇ ਕਬੀਰ ਸਾਹਿਬ ਕਹਿੰਦੇ ਸਭ ਕਾ ਚਾਰਾ ਲੈ,
जाको जैसी चाकरी ताको तैसा दे। ਜਿਹੜਾ ਸਾਧੂ ਬਣੇਗਾ ਉਹ ਕਦ ਕਹਿਣ ਲੱਗਿਆ ਮੈਂ ਸਾਧੂ ਹਾਂ, ਉਹ ਤਾਂ ਇਹ ਕਹੇਗਾ ਮੈਂ ਤਾਂ ਬਈ ਤੁਹਾਡਾ ਸੇਵਾਦਾਰ ਹਾਂ। ਇੱਕ ਅੰਗਰੇਜ਼ ਨੇ ਪੱਤਰ ਲਿਖਿਆ, ਕਾਫੀ ਟਾਈਮ ਦੀ ਬਾਤ ਹੈ, ਉਸਨੇ ਕਾਫੀ ਖੋਜ ਕੀਤੀ, ਆਪਦੀ ਖੋਜ ਦਾ ਪੱਤਰ ਲਿਖਿਆ ਕਿ ਮੈਂ ਚੀਨ 'ਚ ਵੀ ਗਿਆ ਹਾਂ, ਮੈਂ ਬੁੱਧਾ ਦੇ ਸੇਵਕਾਂ ਨੂੰ ਵੀ ਮਿਲਿਆ ਹਾਂ, ਜਾਪਾਨ 'ਚ ਵੀ, ਹੋਰ ਵੀ ਕਈ ਮੁਲਕਾਂ ਦਾ ਨਾਂ ਲਿਆ। ਤੋ ਮੈਂ ਤੁਹਾਨੂੰ ਪੱਤਰ ਇਸ ਵਾਸਤੇ ਲਿਖਦਾ ਹਾਂ ਕਿ ਕੀ ਤੂੰ ਹੋਣ ਵਾਲਾ ਮੇਰਾ ਗੁਰੂ ਹੈ। ਮੈਂ ਉਸਨੂੰ ਪਿਆਰ ਨਾਲ ਕਿਹਾ ਕਿ ਮੈਂ ਗੁਰੂ ਨਹੀਂ, ਮੈਂ ਇੱਕ ਤੇਰਾ ਆਤਮਾ ਦੀ ਸੇਵਾ ਕਰਨ ਵਾਸਤੇ ਤਾਂ ਤਿਆਰ ਹੈ, ਅਗਰ ਮੇਰੀ ਸੇਵਾ ਤੋਂ ਤੂੰ ਕੋਈ ਫਾਇਦਾ ਉਠਾਉਣਾ ਤਾਂ ਤੇਰੀ ਮੌਜ ਹੈ। ਤੁਸੀਂ ਮਹਾਤਮਾ ਦੀ ਬਾਣੀ 'ਚ ਹਰੇਕ 'ਚ ਹੀ ਆਉਂਦਾ ਹੈ ਕਿ ਬਈ ਪਿਆਰਿਓ ਅਸੀਂ ਤਾਂ ਤੁਹਾਡੇ ਦਾਸ ਹੈ। ਨਾਨਕ ਦਾਸ ਇਹੀ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਸਾਧੂ ਬਣੇ ਨਹੀਂ, ਸਾਧੂ ਹੋਣ ਦਾ ਹਕਾਰ ਹੈ। ਗੁਰੂ ਸਾਹਿਬ ਕਹਿੰਦੇ ਸਾਧੂ ਸਾਧ ਸਾਧ ਜਨ ਨਿਕੇ, ਜਿਨ ਅੰਤਰ ਨਾਮ ਧਰੀਜੈ। ਸਾਧੂ ਕੌਣ ਹੈ? ਜਿਹੜਾ ਸਾਧਨਾ ਕਰਦਾ ਹੈ, ਫੈਲੇ ਖਿਆਲ ਨੂੰ 9 ਦੁਆਰਾਂ ਚੋਂ ਕੱਢ ਕੇ ਅੱਖਾਂ ਪਿੱਛੇ ਲਿਆਉਂਦਾ ਹੈ। ਅਸਥੂਲ ਸੂਖਸ਼ਮ ਕਾਰਨ ਤਿੰਨੇ ਪੜਦੇ ਲਾ ਕੇ ਪਾਰ ਬ੍ਰਹਮ ਦੇ ਵਿੱਚ ਪਹੁੰਚਦਾ ਹੈ। ਅਗਰ ਐਸਾ ਸਾਧ ਮਿਲੇ, ਗੁਰੂ ਰਾਮਦਾਸ ਜੀ ਕਹਿੰਦੇ ਹੈ ਪਰਸਨ ਪਰਸ ਪਏ ਸਾਧੂ ਜਨ, ਜਨ ਹਰ ਭਗਵਾਨ ਦਖੀਜੈ। ਐਸੇ ਸਾਧੂ ਦੇ ਚਰਨਾਂ 'ਚ ਬੈਠਣਾ, ਭਗਵਾਨ ਦੇ ਚਰਨਾਂ 'ਚ ਬੈਠਣਾ, ਐਸੇ ਸਾਧੂ ਦੇ ਨਾਲ ਹੱਥ ਮਿਲਾਉਣਾ, ਭਗਵਾਨ ਨਾਲ ਹੱਥ ਮਿਲਾਉਣਾ ਹੈ। ਮਿਲਦਾ ਤਾਂ ਮਹਾਰਾਜ ਕਹਿੰਦੇ ਹੁੰਦੇ ਸੀ ਕੋਈ ਸਿੱਖ ਨਹੀਂ, ਸਤਸੰਗੀ ਨਹੀਂ, ਸਾਧਾ ਮਿਲਣਾ ਕਿੰਨਾ ਔਖਾ ਹੈ। ਫਿਰ ਅਸੀਂ ਕਹਿੰਦੇ ਜੀ ਮੈਂ ਸਾਧ ਹਾਂ, ਦੱਸੋ ਵੀ ਫਿਰ ਕੁੱਟ ਪਵੇ ਨਾ। ਫਰੀਦ ਸਾਹਿਬ ਕਹਿੰਦੇ ਆ ਦਰ ਦਰਵਾਜੇ ਜਾ ਕੇ ਕਿਉਂ ਡਿੱਠਾ ਘੜਿਆਲ, ਇਹ ਨਿਰਦੋਸ਼ਾ ਮਾਰ ਗਏ, ਹਮ ਦੋਸ਼ਾਂ ਦਾ ਕਿਆ ਹਾਲ। ਉਹਨਾਂ ਨੇ ਘੜਿਆਲ ਵੱਜਦਾ ਦੇਖਿਆ, ਜਿਹੜਾ ਥੌੜੀ ਨਾਲ ਮਾਰਦੇ ਹੈ, ਜਾਂ ਜੋ ਪਹਿਰੇ ਤੇ ਲੋਕ ਘੰਟੇ ਵਜਾਉਂਦੇ ਹੈ ਉਹ ਵੱਜਦੇ ਦੇਖੇ। ਉਹ ਕਹਿਣ ਲੱਗੇ ਵੀ ਇਹਨੇ ਕੋਈ ਦੋਸ਼ ਤਾਂ ਕੀਤਾ ਨਹੀਂ, ਇਹਨੂੰ ਕਿਵੇਂ ਕੁੱਟੀ ਜਾਂਦੇ ਆ। ਤੋ ਅਸੀਂ ਤਾਂ ਆ ਕੇ ਦਿਨ ਰਾਤ ਦੋਸ਼ ਕਰੇ ਹੈ, ਹਮ ਦੋਸ਼ਾਂ ਦਾ ਕਿਆ ਹਾਲ। ਫਿਰ ਉਹ ਕਹਿੰਦੇ ਆ ਫਰੀਦ ਸਾਹਿਬ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ ਤੇ ਲੋਕ ਕਹਿਣ ਦਰਵੇਸ਼। ਉਹ ਕਹਿੰਦਾ ਵੀ ਮੈਂ ਤਾਂ ਗੁਨਾਹਾਂ ਦਾ ਭਰਿਆ ਹੋਇਆ ਹੈ, ਅਗਰ ਗੁਨਾਹ ਸਾਫ਼ ਕੀਤੇ ਤੇ ਗੁਰੂ ਨੇ ਕੀਤੇ ਹੈ, ਤਾਂ ਧੰਨਵਾਦ ਗੁਰੂ ਦਾ ਹੈ। ਗੁਰੂ ਨੇ ਕਹਿ ਸਕਦੇ ਆ ਕਿ ਉਹ ਬਈ ਸੱਚਾ ਸਾਧੂ ਹੈ। ਇਸ ਵਾਸਤੇ ਪਲਟੂ ਸਾਹਿਬ ਪਿਆਰ ਨਾਲ ਕਹਿੰਦੇ ਆ ਕਿ ਸੰਤਾਂ ਦੀ ਵੀ ਕੋਈ ਮਰਜ਼ਾਦਾ ਹੈ। ਕੀ ਮਰਜ਼ਾਦਾ ਹੈ? ਉਹ ਨਾਮ ਦੇ ਮੋਤੀ ਚੁਗਦੇ ਹੈ, ਉਹ ਮਾਇਆ ਦਾ ਚੋਗਾ ਨਹੀਂ ਚੁਗਦੇ ਗਏ। ਉਹ ਆਪਣੀ ਹੱਕ ਹਲਾਲ ਦੀ ਸ਼ੇਰ ਦੀ ਤਰ੍ਹਾਂ, ਉਹ ਐਸੇ ਸ਼ੇਰ ਹੁੰਦੇ ਹੈ ਜੋ ਹੱਕ ਹਲਾਲ ਦੀ ਕਮਾਈ ਚੋਂ ਆਪਣੀ ਗੁਜ਼ਰ ਕਰਦੇ ਹੈ। ਉਹ ਲੋਕਾਂ ਦਾ ਕਮਾਇਆ ਹੋਇਆ ਧਨ ਮੁਰਦਾ ਨਹੀਂ ਖਾਂਦੇ ਗਏ, ਇਹ ਮੁਰਦਾਰ ਖਾਣ ਦੇ ਤੁੱਲ ਹੈ। ਇਸ ਵਾਸਤੇ ਉਹ ਜੋ ਮਰਜ਼ਾਦਾ ਪ੍ਰਮਾਤਮਾ ਨੇ ਸੰਤਾਂ ਦੀ ਵਧੀ ਹੈ, ਜੋ ਕਮਾਈ ਕਰਦਾ ਹੈ ਉਹ ਉਸ ਮਰਜ਼ਾਦਾ ਦੇ ਵਿੱਚ ਪੂਰਾ ਹੁੰਦਾ ਹੈ। ਹਾਂ ਭਾਈ। ਵੇ ਨਾ ਖਾਹੇ ਅਸ਼ੁੱਧ, ਰੀਤ ਕੁਲ ਕੀ ਚਲ ਆਈ। ਖਾਏ ਬਿਨ ਮਰ ਜਾਹੇ, ਦਾਗ ਨਾ ਸਕੈ ਲਗਾਈ। ਸ਼ੇਰ ਭੁੱਖਾ ਮਰ ਜਾਏਗਾ, ਉਹ ਕਿਸੇ ਦੀ ਕਮਾਈ ਤੇ ਮਾਰੇ ਤੇ ਨਿਰਭਰ ਨਹੀਂ ਹੁੰਦਾ, ਉਹ ਮੁਰਦਾ ਨਹੀਂ ਖਾਂਦਾਗਾ, ਕੁਲ ਨੂੰ ਦਾਗ ਨਹੀਂ ਲਾਉਂਦਾਗਾ। ਹਾਂ ਭਾਈ। ਖਾਏ ਬਿਨ ਮਰ ਜਾਹੀ, ਦਾਗ ਨਾ ਸਕੈ ਲਗਾਈ।
ਸੰਤ ਸਭਨ ਸਿਰ ਤਾਜ, ਤਰਨ ਤਾਰੀ ਸੋ ਤਾਰੀ। ਸੰਤ ਤਾਂ ਸਾਰੀ ਸ੍ਰਿਸ਼ਟੀ ਦੇ ਸਿਰ ਤਾਜ ਹੁੰਦੇ ਆ, ਪ੍ਰਮਾਤਮਾ ਨੇ ਬਣਾ ਕੇ ਭੇਜੇ ਹੋਏ, ਧਰਤੀ ਤੇ ਆਉਂਦੇ ਹੈ। ਉਹ ਸਰਗੁਣ ਪ੍ਰਮਾਤਮਾ ਦਾ, ਉਹ ਪ੍ਰਮਾਤਮਾ ਦੇ ਭੇਜੇ ਸੰਸਾਰ ਤੇ ਆਉਂਦੇ ਹੈ, ਸਰਗੁਣ ਰੂਪ ਧਾਰਿਆ ਹੁੰਦਾ ਹੈ, ਅੰਦਰੋਂ ਨਿਰਗੁਣ ਪ੍ਰਮਾਤਮਾ ਦੇ ਨਾਲ ਉਹ ਸਮਾਏ ਹੁੰਦੇ ਹੈ ਜੀ। ਸੰਤ ਸਭਨ ਸਿਰ ਤਾਜ, ਤਰਨ ਤਾਰੀ ਸੋ ਤਾਰੀ। ਨਈ ਬਾਤ ਜੋ ਕਰੇ, मिलत है उनको गारी। पीख न मांगे संत, जन कह गए पलटू दास। हंस चुगे न कोगी, सिंह चरे न कास। ਇਸ ਵਾਸਤੇ ਪਲਟੂ ਸਾਹਿਬ ਕਹਿੰਦੇ, ਜਿਸ ਤਰ੍ਹਾਂ ਹੰਸ ਘੋਗੇ ਨਹੀਂ ਚੁਗਦਾਗਾ, ਮੋਤੀ ਚੁਗਦਾ ਹੈ, ਸ਼ੇਰ ਆਪਣਾ ਮਾਰ ਕੇ ਖਾਂਦਾ ਹੈ, ਕੁਲ ਨੂੰ ਦਾਗ ਨਹੀਂ ਲਾਉਂਦਾਗਾ, ਇਸੇ ਤਰ੍ਹਾਂ ਸੰਤ ਮਹਾਤਮਾ ਵੀ ਹੱਕ ਹਲਾਲ ਦੀ ਕਮਾਈ ਤੇ ਆਪਣਾ ਗੁਜ਼ਰ ਕਰਦੇ ਹੈ। ਅਗਰ ਉਹ ਮਰਜ਼ਾਦਾ ਨੂੰ ਤੋੜਦੇ ਹੈ ਤੇ ਉਹਨਾਂ ਦੇ ਜੁਮੇ ਵੀ ਦੋਸ਼ ਆਉਂਦਾ ਹੈ। ਇਹ ਤੁਰ ਤੋਂ ਹੀ ਪ੍ਰਮਾਤਮਾ ਨੇ ਮਰਜ਼ਾਦਾ ਬੱਧੀ ਹੈ, ਕਿਸੇ ਸੰਤ ਨੇ ਆਪ ਆ ਕੇ ਮਰਜ਼ਾਦਾ ਨਹੀਂ ਬੱਧੀ। ਸਭ ਕੁਛ ਪ੍ਰਮਾਤਮਾ ਦੇ ਹੱਥ ਵਿੱਚ ਹੈ। ਜੋ ਕਮਾਈ ਕਰਦਾ ਹੈ ਮਹਾਤਮਾ, ਉਹਦਾ ਨੇਚਰਲ, ਉਹਦੀ ਸੁਭਾਅ ਐਸਾ ਹੀ ਬਣ ਜਾਂਦਾ ਹੈ। ਕਿਸੇ ਦੇ ਅੱਗੇ ਹੱਥ ਨਹੀਂ ਅੜਦਾਗਾ ਕਿ ਮੈਂ ਬਾਲ ਬੱਚੇ ਪਾਲਣੇ ਹੈ, ਮੈਂ ਇਹ ਕੰਮ ਕਰਨਾ ਹੈ, ਤੁਸੀਂ ਮੈਨੂੰ ਦਿਓ। ਹਾਂ, ਕਬੀਰ ਸਾਹਿਬ ਨੇ ਕਿਹਾ ਸੀਗਾ, ਸੰਗਤ ਦੇ ਵਾਸਤੇ ਕਿਸੇ ਦਾ ਭਲਾ ਕਰਾ ਦੇਣਗੇ, ਬਈ ਤੂੰ ਅੱਛੇ ਪਾਸੇ ਲਾ ਦੇ, ਨੇਕ ਸਲਾਹ ਦੇ ਦੇਣਗੇ। ਸੋ ਇਸ ਵਾਸਤੇ ਸੇਵਕ ਦਾ ਉਹ ਧਰਮ ਕਰਾ ਦੇਣਗੇ। ਇਸੇ ਵਾਸਤੇ ਸੰਤਾਂ ਨੇ ਤਨ ਦੀ ਸੇਵਾ ਵੀ ਰੱਖੀ, ਮਨ ਦੀ ਸੇਵਾ ਵੀ ਰੱਖੀ। ਤਨ ਦੀ ਸੇਵਾ, ਸਾਧ ਸੰਗਤ ਦੀ ਆਪਾਂ ਸੇਵਾ ਕਰਦੇ ਹਾਂ, ਤੱਪੜ ਵਿਛਾਉਂਦੇ ਹੈ, ਖਾਣਾ ਪਰੋਸਦੇ ਹੈ, ਖਾਣਾ ਬਣਾਉਂਦੇ ਹੈ, ਹੋਰ ਵੀ ਕਈ ਪ੍ਰਕਾਰ ਦੀ ਖੇਤੀ ਕਰਦੇ ਹਾਂ। ਇਹ ਸਾਡੀ ਤਨ ਦੀ ਸੇਵਾ ਹੈ। ਮਨ ਦੀ ਸੇਵਾ ਸੰਤਾਂ ਦਾ ਦਿੱਤਾ ਹੋਇਆ ਸਿਮਰਨ ਕਰਦੇ ਹੈ। ਭੈੜੇ ਖੋਟੇ ਖਿਆਲ ਅਸੀਂ ਸੋਚਦੇ ਨਹੀਂ। ਜੇ ਅਸੀਂ ਸਤਸੰਗੀ ਹੋ ਕੇ ਭੈੜੇ ਖੋਟੇ ਖਿਆਲ ਕਰਦੇ ਹਾਂ ਤਾਂ ਸੰਤਾਂ ਦੀ ਸੇਵਾ ਤਾਂ ਨਾ ਕਰ ਰਹੇ, ਫਿਰ ਤਾਂ ਅਸੀਂ ਮਨ ਦੀ ਸੇਵਾ ਕਰ ਰਹੇ ਹਾਂ। ਇਸ ਵਾਸਤੇ ਧਨ ਦੀ ਸੇਵਾ ਹੈ ਕਿ ਅਸੀਂ ਧਨ ਦੇ ਵਿੱਚੋਂ ਮੋਹ ਕੱਢਣਾ ਹੈ, ਕਿਸੇ ਦਾ ਫਾਇਦਾ ਕਰਨਾ ਹੈ। ਸੋ ਧਨ ਪਿਆਰਿਓ, ਜਿਹੜਾ ਅੱਜ ਪ੍ਰਮਾਤਮਾ ਨੇ ਸਾਨੂੰ ਦਿੱਤਾ ਹੈ, ਇਹ ਪਹਿਲਾਂ ਕਿਸੇ ਹੋਰ ਕੋਲ ਵੀ ਹੁੰਦਾ ਹੈ। ਇਹਦੇ ਇਹ ਇਸੇ ਵਾਸਤੇ ਹੈ, ਜਿਹੜਾ ਅਸੀਂ ਆਪ ਫਾਇਦਾ ਉਠਾ ਲਾਂਗੇ, ਇਹ ਸਾਡਾ ਫਾਇਦਾ ਹੈ। ਤੋ ਸੰਤ ਮਹਾਤਮਾ ਨੂੰ ਪਤਾ ਹੈ। ਉਹਨਾਂ ਦੇ ਪਾਸ ਬਾਬਾ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ, ਜਦੋਂ ਉਹ ਪਿਸ਼ੌਰ ਜਾਂਦੇ ਬਾਬਾ ਕਾਹਨਾ ਕੋਲੇ, ਮਹਾਰਾਜ ਕਿਰਪਾਲ ਵੀ ਉਹਨਾਂ ਦੇ ਪਾਸ ਜਾਂਦੇ ਰਹੇ ਹੈ। ਤੋ ਉਹਨਾਂ ਨੇ ਕਹਿਣਾ, ਉਹਨਾਂ ਨੇ ਜਾ ਕੇ 2-3 ਰੁਪਏ, ਉਦੋਂ ਰੁਪਇਆ ਕਰੰਸੀ ਦਾ ਬੜਾ ਮੁੱਲ ਹੁੰਦਾ ਸੀਗਾ, ਉਹਨਾਂ ਦੇ ਚਰਨਾਂ ਵਿੱਚ ਰੱਖ ਦੇਣੇ। ਉਹਨਾਂ ਨੇ ਛੋਟੇ ਛੋਟੇ ਬੱਚਿਆਂ ਨੂੰ ਭਾਨ ਕਰਾ ਕੇ ਵਾਂਟ ਦੇਣੇ। ਇੱਕ ਦਿਨ ਮਹਾਰਾਜ ਜੀ ਕਹਿਣ ਲੱਗੇ ਕਿ ਮੈਂ ਲੜਾਈ 'ਚੋਂ ਆਇਆ ਸੀਗਾ, ਲੜਾਈ ਦੇ ਵਿੱਚ ਜਿਹੜੀ ਤਨਖਾਹ ਹੈ ਉਹ ਜ਼ਿਆਦਾ ਹੋ ਜਾਂਦੀ ਹੈ, ਜਮ੍ਹਾਂ ਹੁੰਦੀ ਰਹਿੰਦੀ ਹੈ, ਜਦੋਂ ਘਰ ਨੂੰ ਆਉਂਦੇ ਆ ਇਕੱਠੀ ਮਿਲਦੀ ਹੈ, ਕਿਉਂਕਿ ਮੈਂ ਖੁਦ ਲੜਾਈ 'ਚ ਰਿਹਾ ਹੈ, ਮੈਨੂੰ ਪਤਾ ਹੈ ਉੱਥੋਂ ਦੀ ਮਰਜ਼ਾਦਾ ਦਾ। ਸੋ ਇਸ ਵਾਸਤੇ ਉਹ ਜ਼ਿਆਦਾ ਪੈਸੇ ਮਿਲੇ ਸੀ। ਜਦ ਬਾਬੇ ਨਹੀਂ ਗਏ, ਉਹ ਬਾਬਾ ਕਹਿਣ ਲੱਗਿਆ ਕਿ ਮੈਂ ਚਿੱਟੇ ਚਿੱਟੇ ਗੋਲ ਗੋਲ ਜ਼ਿਆਦੇ ਲਊਂਗਾ। तो महाराज कहने लगे, मैं हंस के क्या कि बाबा तू लालची हो गया है, तो मैं कि अगे नालों ज्यादा पैसे रला के उन्होंने अगे रखते। वो कहने लगे तू चक लै, तेरा दिल दुखूगा। मैं क्या कि नहीं, मेरा दिल नहीं दुखदा, मैं खुश होकर रखे तुहाडे अगे। बाबा कान कहने लगे, देख मैं चाहना कि तेरा धन जिहड़ा है वो पवित्र हो जाए, पवित्र पासे लग जाए। मैं तेरा धन की करना है,
वो कहने लगे उन्होंने पैसे खुले कराए, बस मेरे खड़े खड़े कहने लगे काफी सारे बच्चे आए, वो पैसे कोई जेब चो कढ़ लगे, जेडे बोझे च पैसे उथों कढ़ लगे, क्योंकि ऐसे था पता सीगा बाबे जेड़ा कोई दिंदा है इन्हां ने सानू ही देने हुंदे है। सो संतां कोले ऐसे भी प्रेमी आ जांदे है लोड़वंद कि जिन्हां दा संतां नूं पता हुंदा है, इस वास्ते साडा उपकार करा दिंदे है। होर संत साडे वास्ते आपदे वास्ते गुरु नानक कहण लगे, कबीर साहब कहण लगे, मर जाऊं मंगू नहीं अपने तन के काज, पर स्वार्थ के कारणे मोहे ना आवे लाज। मैं एक दफा बाबा बिशन दास दे चरनां च गया, वो बैठे, एक औरत आई उन्हां दे बैठे, ਉਹਨੂੰ ਪੁੱਛਣ ਲੱਗੇ क्यों भाई तैं लड़की की शादी की है? वो कहने लगी पैसे है नहीं गे, बड़े तंग है। मैनू कहने लगे देख भाई ਇਹਦੀ लड़की की शादी कर दे। ਉਹਨਾਂ ਦਿਨਾਂ ਦੇ ਵਿੱਚ ਕਰੰਸੀ ਦਾ ਬੜਾ ਹੀ ਫਲਾਓ ਘੱਟ ਸੀਗਾ, ਮੁੱਲ ਸੀਗਾ, तो 200 रुपए ਦੇ ਵਿੱਚੋਂ लड़की की शादी हुई। मझ लड़की नूं लैके दित्ती, काफ़ी कपड़े दिते, अच्छियां टूमां पाईयां। अजकल तां मेरा ख्याल है उस तरह का विआह 5-6 लख च नहीं हुंदागा जिन्ना उदों 200 रुपए च होया सीगा। हुण तुसीं देख लो कि बाबा जी ने वो पैसे की करने सीगे। सो पलटू साहब ने सानू हर तरह ना प्यार नाल समझा दिता। सानू भी चाहिदा है भजन सिमरन करिए, अपनी दसां दी नेक कमाई करके सत संगत की सेवा करिए, अपने जीवन नूं सफल बनाइए। जो मर्यादा पशु पंछी भी निभाउंदे है, सानू इंसान दे जामे च आके भी वो मर्यादा निभाउणी चाहिदी है। वो किहड़ी है? वो परमात्मा की भगती, जिस परमात्मा ने सानू पैदा किया है उहदी याद दिल विच रखनी है। ਉਹਦੇ वास्ते भी कोई घंटा 2 घंटे टाइम कड्ढो।